ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਵੈਨਕੂਵਰ ਸਟੂਡੀਓ ਵਿੱਚੋਂ ਤੁਹਾਨੂੰ ਜੀਆਂ ਨੂੰ ਆਖ ਰਿਹਾ ਹਾਂ। ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੁਤਲਕ ਗੱਲਬਾਤ ਕਰਨ ਜਾ ਰਹੇ ਹਾਂ। ਆਈ ਇਮੀਗ੍ਰੇਸ਼ਨ ਤੋਂ ਜਗਜੀਤਪਾਲ ਸਿੰਘ ਸੰਧੂ ਅਤੇ ਅੰਕੁਸ਼ ਗੱਡੂ ਸਾਡੇ ਮਹਿਮਾਨ ਰਹਿਣਗੇ। ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਆਪਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਲਝਣਾਂ ਨੇ ਜਿਨ੍ਹਾਂ ਬਾਰੇ ਲੋਕ ਜਾਣਨਾ ਚਾਹੁੰਦੇ ਆ, ਕੈਨੇਡਾ ਆਉਣਾ ਚਾਹੁੰਦੇ ਆ, ਇਮੀਗ੍ਰੇਸ਼ਨ ਲੈਣੀ ਚਾਹੁੰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ। ਮੈਂ ਚਾਹੁੰਦਾ ਕਿ ਆਪਾਂ ਲੜੀਵਾਰ ਗੱਲਾਂ ਬਾਤਾਂ ਕਰਿਆ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਕੈਨੇਡਾ ਆਇਆ ਜਾ ਸਕਦਾ, ਕਿਸ ਕੈਟਾਗਰੀ ਦੇ ਅਧੀਨ ਉਹ ਆ ਸਕਦੇ ਆ। ਅੱਜ ਮੈਂ ਚਾਹੁੰਦਾ ਕਿ ਆਪਾਂ ਅੰਕੁਸ਼ ਜੀ, ਆਪਾਂ ਤੁਹਾਡੇ ਕੋਲੋਂ ਸਟੂਡੈਂਟ ਦੇ ਮੁਤਾਬਿਕ ਅਤੇ ਤੁਹਾਡੇ ਕੋਲੋਂ ਐਕਸਪ੍ਰੈਸ ਐਂਟਰੀ, ਵਰਕ ਪਰਮਿਟ, BC-PNP ਜਾਂ PNP ਦੇ ਮੁਤਾਬਿਕ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਜੀ ਕਿ ਐਕਸਪ੍ਰੈਸ ਐਂਟਰੀ, ਜਿਸ ਤਰ੍ਹਾਂ ਇਹਦੇ ਨਾਂ ਥੋੜ੍ਹਾ ਜਿਹਾ ਪਤਾ ਲੱਗਦਾ ਵੀ ਸ਼ਾਇਦ ਤੇਜ਼ ਹੋਣਾ ਕੰਮ, ਕੀ ਹੈ ਜੀ ਇਹ? ਬੈਨੀਪਾਲ ਸਾਹਿਬ, ਜਦੋਂ ਇਹ ਇਮੀਗ੍ਰੇਸ਼ਨ ਬੇਸਿਕਲੀ ਸਾਡੀ ਇੱਕ ਕੰਟਰੀ ਦਾ ਮੁੱਢਲਾ ਜਿਹੜਾ ਕਾਮਿਆਂ ਦਾ ਸਰੋਤ, ਜਦੋਂ ਕਾਮੇ ਸਾਨੂੰ ਇੱਥੇ ਇਸ ਕੰਟਰੀ 'ਚ ਮਿਲ ਰਹੇ ਆ, ਜਿਹਨੂੰ ਆਪਾਂ ਸਕਿਲਡ ਵਰਕਰ ਕਹਿ ਦਿੰਦੇ ਹਾਂ, ਉਹ ਸਰਕਾਰ ਨੇ ਵੇਖਿਆ ਕਿ ਸਾਨੂੰ ਕਾਮਿਆਂ ਦੀ ਲੋੜ ਆ। ਪਰ ਹੋ ਕੀ ਰਿਹਾ ਆ ਕਿ ਕਾਮਿਆਂ ਦੇ ਜਦੋਂ ਜਿਹੜੇ ਵੀ ਸਕਿਲਡ ਵਰਕਰ ਅਪਲਾਈ ਕਰ ਰਹੇ ਉਹਨਾਂ ਨੂੰ ਬਹੁਤ ਟਾਈਮ ਲੱਗ ਰਿਹਾ ਸੀਗਾ। ਆਪਾਂ ਜੇ ਪਿੱਛੇ 2010 ਕਈਆਂ ਦੀਆਂ ਫਾਈਲਾਂ ਵੀ ਮੋੜ ਦਿੱਤੀਆਂ, ਕਈਆਂ ਦੀਆਂ ਫਾਈਲਾਂ ਮੋੜਤੀਆਂ, ਅਤੇ ਸਰਕਾਰ ਨੇ ਇੱਕ ਬਹੁਤ ਵਧੀਆ ਸਟੈਪ ਲਿਆ। ਉਸ ਵੇਲੇ ਉਹਨਾਂ ਨੇ ਇੱਕ ਨਵੀਂ ਸਟਰੀਮ ਸ਼ੁਰੂ ਕਰਤੀਆਂ। ਸਾਰੀਆਂ ਸਟਰੀਮ ਜਿਹੜੀਆਂ ਫੈਡਰਲ ਸਕਿਲਡ ਵਰਕਰ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਟ੍ਰੇਡ, ਇਹ ਸਾਰੇ ਮਿਲਾ ਕੇ ਇਹਨਾਂ ਨੇ ਇੱਕ ਸਟਰੀਮ ਬਣਾ ਕੇ ਉਹਨੂੰ ਕਹਿਤਾ ਐਕਸਪ੍ਰੈਸ ਐਂਟਰੀ। ਹੁਣ ਐਕਸਪ੍ਰੈਸ ਐਂਟਰੀ ਦਾ ਨਾਂ ਹੀ ਦੱਸਦਾ ਐਕਸਪ੍ਰੈਸ ਐਂਟਰੀ, ਤਾਂ ਜੋ ਕਿ ਕੈਨੇਡੀਅਨ ਲੇਬਰ ਸ਼ਾਰਟੇਜ ਜਿਹੜੀ ਆ ਉਹਨੂੰ ਪੂਰਾ ਕੀਤਾ ਜਾ ਸਕੇ ਅਤੇ ਕੈਨੇਡੀਅਨ ਜਿਹੜੀ ਇਮੀਗ੍ਰੇਸ਼ਨ ਉਹਨੂੰ ਫਾਸਟ ਵੀ ਅਤੇ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਉਹਨਾਂ ਨੇ ਐਕਸਪ੍ਰੈਸ ਐਂਟਰੀ ਸ਼ੁਰੂ ਕਰਤੀ 2015 ਦੇ ਵਿੱਚ। ਹੁਣ ਇਹਦੇ ਤਹਿਤ ਇਹਨਾਂ ਨੇ ਕੀ ਕੀਤਾ ਕਿ ਜਿੰਨੇ ਵੀ ਸਕਿਲਡ ਵਰਕਰਸ ਥਰੂ ਆਊਟ ਦਾ ਵਰਲਡ ਆ, ਉਹਨਾਂ ਨੂੰ ਇੱਕੋ ਹੀ ਪੂਲ ਦੇ ਵਿੱਚ ਪਾਤਾ, ਪੂਰੀ ਦੁਨੀਆ ਭਰ ਚੋਂ, ਪੂਰੀ ਦੁਨੀਆ ਵਾਲਿਆਂ ਨੂੰ, ਜਿਹਨੇ ਭਾਵੇਂ ਉਹ ਕੈਨੇਡੀਅਨ, ਉਹ ਕੈਨੇਡਾ 'ਚ ਪੜ੍ਹੇ ਆ, ਭਾਵੇਂ ਉਹ ਕੈਨੇਡਾ 'ਚ ਉਹਨਾਂ ਨੇ ਕੁਆਲੀਫਿਕੇਸ਼ਨ ਲਈ ਆ, ਭਾਵੇਂ ਉਹ ਇੰਡੀਆ 'ਚ ਬੈਠੇ ਆ, ਭਾਵੇਂ ਉਹ ਟ੍ਰੇਡਸਮੈਨ ਨੇ। ਉਹਦੇ ਨਾਲ ਕੀ ਹੋ ਗਿਆ ਕਿ ਇੱਕ ਸਾਰਿਆਂ ਨੂੰ ਇੱਕ ਬਰਾਬਰ ਦਾ ਮੌਕਾ ਮਿਲਦਾ ਉਹਨਾਂ ਨੇ। ਅੱਛਾ, ਇਹਦਾ ਮਤਲਬ ਇਹ ਨਹੀਂ ਕਿ ਵਿਦਨ ਕੈਨੇਡਾ ਵੀ ਬੰਦਾ ਐਕਸਪ੍ਰੈਸ ਐਂਟਰੀ ਲਾ ਸਕਦਾ ਤੇ ਬਾਹਰਲੇ ਕਿਸੇ ਕੰਟਰੀ ਚੋਂ ਵੀ ਲਾ ਸਕਦਾ, ਕਿਤੇ ਵੀ ਲਾ ਸਕਦਾ ਜੀ। ਇਹਦੇ ਸਭ ਤੋਂ ਇਸ ਚੀਜ਼ ਦੀ, ਇਸ ਸਿਸਟਮ ਦੀ ਬਿਊਟੀ ਇਹ ਸੀਗੀ ਕਿ ਤੁਸੀਂ ਜੇ ਤੁਹਾਡੇ ਇਨਫ CRS ਸਕੋਰ ਬਣਦਾ, ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦੇ ਅਕੋਰਡਿੰਗਲੀ ਤੁਹਾਡਾ ਇਨਫ ਸਕੋਰ ਬਣਦਾ ਆ, ਹਰ ਮਹੀਨੇ 'ਚ 2 ਜਾਂ 3 ਵਾਰੀ ਡਰਾਅ ਨਿਕਲਦੇ ਨੇ, ਉਹਦੇ ਡਰਾਅ ਦੇ ਅਕੋਰਡਿੰਗਲੀ ਜੇ ਤੁਹਾਡੀ ਇਨਫ ਸਕੋਰ ਬਣਦੀ ਆ, ਤੁਸੀਂ ਕਿਤੇ ਬੈਠੇ ਵੀ, ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਵੀ ਜੇ ਤੁਹਾਡੇ ਸਕੋਰ ਬਣਦੇ, ਉਹ ਸਕੋਰ ਕਿੱਦਾਂ ਬਣਨੇ ਉਹ ਆਪਾਂ ਡਿਟੇਲ 'ਚ ਡਿਸਕਸ ਕਰ ਸਕਦੇ ਹਾਂ ਲੇਟਰ ਔਨ, ਕਿ ਕਿੱਦਾਂ ਤੁਹਾਡੀ ਸਕੋਰ ਬਣਨੀ ਹੈ, ਤੁਹਾਡੀ ਕਿੰਨੀ ਸਕੋਰ ਬਣੀ, ਉਹਦੇ ਬੇਸਿਸ 'ਤੇ ਤੁਹਾਨੂੰ ਇਨਵਾਈਟ ਕਰਦੀ ਹੈ ਸਰਕਾਰ। ਅਤੇ ਤੁਸੀਂ ਆਪਣੀ ਉਹ ਜੋ ਤੁਸੀਂ ਜਿਹੜੇ ਬੇਸਿਸ 'ਤੇ ਤੁਸੀਂ ਕਿਹਾ ਕਿ ਮੇਰੀ ਇਹ ਸਕੋਰ ਬਣਦੀ ਹੈ, ਉਹ ਤੁਸੀਂ ਪ੍ਰੂਵ ਕਰਨਾ ਹੁੰਦਾ। ਤੁਸੀਂ ਐਜ਼ ਏ ਕੈਨੇਡਾ 'ਚ ਐਜ਼ ਏ PR ਤੁਸੀਂ ਕੈਨੇਡਾ ਆ ਸਕਦੇ ਹੋ। ਆਪਾਂ ਇਹਨੂੰ ਵਿਸਥਾਰ ਦਿੰਦੇ ਰਹਾਂਗੇ ਅਤੇ ਗੱਲਬਾਤ, ਮੁੱਦਾ ਗਰਮ ਰਹਿੰਦਾ ਜੀ ਹਮੇਸ਼ਾ ਹੀ ਸਟੂਡੈਂਟਸ ਦਾ। ਉਹਨਾਂ ਦੇ ਚੰਗੀਆਂ ਗੱਲਾਂ ਕਰਕੇ ਵੀ ਕਿਤੇ ਕੋਈ ਅਣਸਖਾਵੀ ਘਟਨਾ ਵਾਪਰ ਜੇ, ਕਈ ਵਾਰ ਉਹਨੂੰ ਧੂਲ ਵੈਸੇ ਦੇ ਦਿੱਤੀ ਜਾਂਦੀ ਹੈ, ਪਰ ਵਿਚਾਰੇ ਸਖਤ ਮਿਹਨਤ ਕਰਦੇ ਨੇ, ਪੜ੍ਹਾਈਆਂ ਵੀ ਕਰਦੇ ਆ, ਕਮਾਈਆਂ ਵੀ ਕਰਦੇ ਆ। ਸਲਾਮ ਹੈ ਉਹਨਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਉਹਨਾਂ ਨੂੰ ਭੇਜਦੇ ਆ। ਪਰ ਇਹ ਆ ਵੀ ਜਿਹੜੇ ਕੰਮ ਵਾਸਤੇ ਆਏ ਨੇ, ਕੰਮ ਉਹੀ ਕਰਨ। ਹੁਣ ਬੀਤੇ ਦਿਨੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿ ਇੱਕ ਮੁੱਦਾ ਗਰਮ ਹੋਇਆ, ਜਿਹੜਾ ਸਟੂਡੈਂਟ ਇੱਥੇ ਸਟੱਡੀ ਵੀਜ਼ੇ 'ਤੇ ਆਉਂਦਾ, ਜਿਹੜੀ ਕੰਮ ਦੀ ਲਿਮਟ ਤੋਂ ਜੇਕਰ ਉਹ ਉੱਪਰ ਕੰਮ ਕਰਦਾ ਹੈ, ਇਹ ਗੱਲ ਕਲੀਅਰ ਕਰੋ ਜੀ ਕਿ ਉਹਦੇ ਵਾਸਤੇ ਕੋਈ ਵੱਡਾ ਫੈਸਲਾ ਕੈਨੇਡਾ ਸਰਕਾਰ ਕਰ ਸਕਦੀ ਹੁੰਦੀ ਹੈ? ਦੇਖੋ, ਇਹ ਪਹਿਲਾਂ ਤਾਂ ਇੱਦਾਂ ਹੁੰਦਾ ਸੀ, 2014 ਤੋਂ ਪਹਿਲਾਂ ਤਾਂ ਸਰਕਾਰ ਦਾ ਇੱਦਾਂ ਸੀਗਾ ਕਿ ਬਿਲਕੁਲ ਵੀ ਤੁਹਾਨੂੰ ਵਰਕ ਪਰਮਿਟ ਨਹੀਂ ਸੀ ਮਿਲਦਾ। ਤੁਸੀਂ ਪਹਿਲਾਂ ਆਉਂਦੇ ਸੀਗੇ, 6 ਮਹੀਨੇ ਸਟੱਡੀ ਕਰਦੇ ਸੀਗੇ, ਉਸ ਤੋਂ ਬਾਅਦ ਤੁਹਾਨੂੰ ਅਪਲਾਈ ਕਰਨਾ ਪੈਂਦਾ ਸੀ। ਅਤੇ ਜੂਨ 2014 ਦੇ ਵਿੱਚ ਕੈਨੇਡਾ ਸਰਕਾਰ ਨੇ ਕਰਤਾ ਕਿ ਜਿਹੜੇ ਸਟੂਡੈਂਟ ਆਉਣਗੇ, ਜਦੋਂ ਫੁੱਲ ਟਾਈਮ ਸਟੱਡੀ ਜਿਹੜੇ ਕਰ ਰਹੇ ਨੇ, ਉਹਨਾਂ ਨੂੰ ਆਉਂਦਿਆਂ ਨੂੰ ਵੀ ਵਰਕ ਪਰਮਿਟ ਦੇਣੇ ਸਟਾਰਟ ਕਰ ਦਿੱਤੇ। ਸੋ ਮਤਲਬ ਅੱਗੇ ਨਾਲੋਂ ਬੈਟਰ ਕਰਤਾ। ਸੋ ਹੁਣ ਉਹਨਾਂ ਨੇ 20 ਆਵਰਸ ਦੀ ਪਰਮਿਸ਼ਨ ਦਿੱਤੀ ਹੋਈ ਆ, ਅਤੇ ਮਤਲਬ 20 ਘੰਟੇ ਕਰ ਸਕਦੇ ਆ ਜਦੋਂ ਤੁਸੀਂ ਸਕੂਲ ਜਾਂਦੇ ਆ, ਫੁੱਲ ਟਾਈਮ ਸਟੂਡੈਂਟ ਆ। ਬਟ ਜਦੋਂ ਤੁਸੀਂ ਸਕੂਲ ਨਹੀਂ ਜਾਂਦੇ, ਤੁਸੀਂ ਕੰਮ ਨਹੀਂ ਕਰ ਸਕਦੇ। ਬ੍ਰੇਕ ਦੇ ਵਿੱਚ ਕਰ ਸਕਦੇ ਆ, ਸਕੈਜੂਲਡ, ਜਿੱਦਾਂ ਤੁਸੀਂ ਕਈ ਕਾਲਜਿਸ ਦੇ ਵਿੱਚ ਸਕੈਜੂਲਡ ਬ੍ਰੇਕ ਨਹੀਂ ਹੈਗੀ। ਅੱਛਾ, ਤੁਸੀਂ ਕਈ ਬੱਚੇ ਆਪਣੀ ਮਰਜ਼ੀ ਨਾਲ ਹੀ 4 ਮਹੀਨੇ ਕਾਲਜ, ਇੱਕ ਸਮੈਸਟਰ ਮਿਸ ਕਰ ਜਾਂਦੇ ਆ। ਸੋ ਕੀਤਾ ਜਾ ਸਕਦਾ ਹੁੰਦਾ ਜੀ? ਹਾਂਜੀ, ਤੁਸੀਂ ਬ੍ਰੇਕ ਲੈ ਸਕਦੇ ਆ, ਬਟ 150 ਦਿਨ ਤੋਂ ਜ਼ਿਆਦਾ ਵੱਡੀ ਬ੍ਰੇਕ ਨਹੀਂ ਲੈ ਸਕਦੇ। ਅਤੇ ਤੁਸੀਂ ਉਹਦੇ ਡਿਊਰਿੰਗ ਜਿਹੜੀ ਆਪਣੀ ਮਰਜ਼ੀ ਨਾਲ ਬ੍ਰੇਕ ਲੈ ਲੈਂਦੇ ਆ, ਸਕੈਜੂਲਡ ਬ੍ਰੇਕ ਨਹੀਂ ਹੁੰਦੀ, ਉਹਦੇ ਵਿੱਚ ਕੰਮ ਨਹੀਂ ਕਰ ਸਕਦੇ। ਸੋ ਗੱਲਾਂ ਚੱਲ ਰਹੀਆਂ ਨੇ ਕਿ ਸਟੂਡੈਂਟ ਮੰਗ ਉਠਾ ਰਹੇ ਨੇ ਕਿ ਸਾਨੂੰ 20 ਘੰਟੇ ਤੋਂ ਵੱਧ ਕੰਮ ਕਰਨ ਦਿੱਤਾ ਜਾਵੇ। ਬਾਕੀ ਹੁਣ ਫੈਸਲਾ ਤਾਂ ਸਰਕਾਰ ਦੇ ਹੱਥ 'ਚ ਹੀ ਹੈ ਜੀ। ਪਰ ਜਿਵੇਂ ਆਪਾਂ ਪਿੱਛੇ ਸਟੂਡੈਂਟ ਇੱਕ ਫੜ ਲਿਆ ਸੀ,
ਉਹਦੇ ਜਿਵੇਂ ਕਹਿੰਦੇ ਦੇਸ਼ ਨਿਕਾਲੇ ਦੇ ਹੁਕਮ ਦੇ ਦਿੱਤੇ ਜਾਣਗੇ ਜੀ, ਉਹਦੇ ਤੇ ਪਟੀਸ਼ਨ ਹੋ ਗਈ ਕਿ ਸਾਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿ ਇਸ ਤਰ੍ਹਾਂ ਜਿਹੜਾ ਸਟੱਡੀ ਪਰਮਿਟ, ਮੰਨ ਲਓ ਮੈਂ ਸਟੂਡੈਂਟ ਦੇ ਤੌਰ ਤੇ ਆਉਣਾ ਚਾਹੁੰਦਾ, ਜਦੋਂ ਮੈਨੂੰ ਸਟੱਡੀ ਪਰਮਿਟ ਮਿਲਦਾ ਹੈ ਬਾਕਾਇਦਾ ਤੌਰ ਤੇ ਉਹ 'ਤੇ ਕਲੀਅਰ ਲਿਖਿਆ ਹੁੰਦਾ, ਹਦਾਇਤਾਂ ਹੁੰਦੀਆਂ ਜੀ? ਹਾਂਜੀ, ਕੰਡੀਸ਼ਨਸ ਹੁੰਦੀਆਂ ਜੀ ਉਹਦੇ 'ਤੇ ਕਿ ਤੁਸੀਂ 20 ਘੰਟੇ ਕੰਮ ਕਰ ਸਕਦੇ ਆ। ਅੱਛਾ, ਜੇ ਉਹ ਬਰੀਚ ਕਰਦੇ ਆ ਤਾਂ ਕੁਝ ਵੀ ਹੋ ਸਕਦਾ? ਕੁਝ ਵੀ ਹੋ ਸਕਦਾ, ਹਾਂਜੀ। ਫਿਰ ਸਰਕਾਰ ਦੇ ਜੋ ਰੂਲਸ ਨੇ ਉਹਨਾਂ ਨੂੰ ਇੱਕ ਆਰਡਰ, ਰਿਮੂਵਲ ਆਰਡਰ ਦੇ ਸਕਦੀ ਹੈ ਸਰਕਾਰ। ਵੇਖੋ, ਮੈਂ ਕਹਿਣਾ ਹੁੰਦਾ ਕਿ ਕਾਨੂੰਨ ਦੇ ਬਾਰੇ ਪਤਾ ਨਹੀਂ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਕਾਨੂੰਨ ਐਗਜ਼ਿਸਟ ਨਹੀਂ ਕਰਦਾ। ਕਾਨੂੰਨ ਤੇ ਹੈ। ਵੇਖੋ, ਸਾਡੇ ਹੀ ਬੱਚੇ ਨੇ ਜਿਹੜੇ ਪੜ੍ਹਨ ਆ ਰਹੇ ਨੇ, ਪਰ ਅਸੀਂ ਜੇ ਵੇਖੀਏ ਕਿ ਆਪਾਂ ਉਸ ਦੇਸ਼ 'ਚ ਆ ਰਹੇ ਹਾਂ ਜਿਹੜਾ ਸਾਡੇ ਲਈ ਬਿਲਕੁਲ ਓਪਰਾ ਸੀਗਾ, ਆਪਾਂ ਨੂੰ ਉਸ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਣੀ ਹੈ। ਜੇ ਆਪਾਂ ਉਹ ਕਾਨੂੰਨਾਂ ਦੀ ਪਾਲਣਾ ਕਿਸੇ ਦੇਸ਼ 'ਚ ਵੀ, ਚਾਹੇ ਆਪਣੇ ਦੇਸ਼ 'ਚ ਅਸੀਂ ਸਿਟੀਜ਼ਨ ਹਾਂ, ਆਪਾਂ ਉਹ ਕਿਸੇ ਵੀ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਤੇ ਉਹ ਸਰਕਾਰ ਕੋਲੇ ਪੂਰੇ ਹੱਕ ਹਦੂਦ ਹਨ ਕਿ ਉਹ ਸਾਨੂੰ ਕਿਸੇ ਤਰੀਕੇ ਨਾਲ ਵੀ ਰੋਕ ਸਕਦੇ ਆ। ਕਿਉਂ ਨਾ ਆਪਾਂ ਉਸ ਚੀਜ਼ ਕਾਨੂੰਨਾਂ ਨੂੰ ਫੋਲੋ ਕਰਕੇ ਉਲੰਘਣਾ ਨਾ ਕਰੀਏ, ਕਿਉਂਕਿ ਜਿਉਂ ਆਪਾਂ ਉਲੰਘਣਾ ਕਰਦੇ ਹਾਂ, ਹੁਣ ਇਹ ਨਹੀਂ ਹੈ ਕਿ ਉਲੰਘਣਾ ਸਿਟੀਜ਼ਨ ਨਹੀਂ ਕਰਦੇ, PR ਨਹੀਂ ਕਰਦੇ, ਪਰ ਪ੍ਰੋਬਲਮ ਇਹ ਹੈ ਕਿ ਉਹਨਾਂ ਨੂੰ ਕੋਈ ਜ਼ਿਆਦਾ ਉਸ ਚੀਜ਼ ਦਾ ਖਮਿਆਜਾ ਨਹੀਂ ਭੁਗਤਣਾ ਪੈਣਾ। ਸਟੂਡੈਂਟ ਹੋਣ ਦੇ ਨਾਤੇ ਉਹ ਖਮਿਆਜਾ ਸਟੂਡੈਂਟਸ ਨੂੰ ਜ਼ਿਆਦਾ ਭੁਗਤਣਾ ਪੈਂਦਾ। ਆਪਾਂ ਇਸ ਚੀਜ਼ ਤੇ ਕਹੀ ਜਾਂਦੇ ਹਾਂ ਕਿ ਨਹੀਂ ਜੀ ਇਹਦੇ ਨਾਲ ਧੱਕਾ ਹੋਇਆ। ਧੱਕਾ, ਉਹਨੂੰ ਮੈਂ ਧੱਕਾ ਸ਼ਬਦ ਨਹੀਂ ਕਹਾਂਗੇ, ਕਈ ਚੀਜ਼ਾਂ ਜਾਣ ਬੁੱਝ ਕੇ ਕੀਤੀਆਂ ਜਾਣਗੀਆਂ, ਉਹਨਾਂ ਨੂੰ ਧੱਕਾ ਨਹੀਂ ਕਹਿੰਦੇ। ਉਹ ਆਪਾਂ ਇਹ ਚੀਜ਼ ਲੈ ਕੇ ਚੱਲੇ, ਆਪਾਂ ਉਹ ਤੋਂ ਸਿੱਖਿਆ ਲਈਏ। ਜੇ ਕਿਸੇ ਨਾਲ ਗਲਤੀਆਂ ਦੁਹਰਾਈਆਂ ਨਾ ਜਾਣ। ਜੇ ਚਲੋ ਬੱਚੇ ਨੂੰ ਨਹੀਂ ਪਤਾ, ਬੱਚੇ ਨੇ ਗਲਤੀ ਕਰ ਲਈ, ਉਹਦਾ ਸਾਥ ਦਈਏ ਆਪਾਂ ਸਾਰੇ ਜਣੇ। ਜਿਸ ਕਿਸੇ ਬਾਰੇ ਵੀ ਆਪਾਂ ਹੁਣ ਇਸ ਮੌਕੇ ਤੇ ਗੱਲ ਕਰ ਰਹੇ, ਜੇ ਕਿਸੇ ਨੇ ਉਹਦਾ ਸਾਥ ਦਈਏ, ਪਰ ਉਹ ਤੋਂ ਆਪਾਂ ਇੱਕ ਸਿੱਖਿਆ ਲਈਏ ਵੀ ਇੱਕ ਜਣੇ ਨੇ ਗਲਤੀ ਕੀਤੀ ਆ, ਉਹ ਬਚ ਗਿਆ ਜਾਂ ਉਹ ਨਹੀਂ ਬਚਦਾ, ਆਪਾਂ ਬਾਕੀ ਸਾਰੇ ਜਣੇ ਉਹ ਗਲਤੀਆਂ ਨਾ ਕਰੀਏ। ਆਪਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਜੋ ਸਰਕਾਰ ਨੇ ਸਾਨੂੰ ਪ੍ਰੋਵੀਜ਼ਨ ਦਿੱਤੀ ਆ ਉਹਦਾ ਫਾਇਦਾ ਲਈਏ, ਕਿਉਂਕਿ ਕਾਨੂੰਨ ਨੂੰ ਪਾਲਣਾ ਕਰਨ ਵਾਲਿਆਂ ਦਾ ਮੁਲਕ ਹੈ ਇਹ। ਬਿਲਕੁਲ, ਇਹ ਕੈਨੇਡਾ 'ਚ ਉਹ ਚੀਜ਼। ਬਿਲਕੁਲ ਜੀ। ਹੁਣ ਆਪਾਂ ਗੱਲ ਕਰੀਏ ਵਰਕ ਪਰਮਿਟ ਦੀ। ਹੁਣ ਮੈਨੂੰ ਇਹ ਦੱਸਿਓ, ਬਹੁਤ ਸਾਰੇ ਲੋਕ ਨੇ ਇਹ ਕਹਿੰਦੇ ਸੁਣੇ ਜਾਂਦੇ ਨੇ, ਆਪਾਂ ਇਹਨੂੰ ਤਫਸੀਲ ਦੇਣੀ ਹੈ ਕਿ ਯਾਰ ਮੇਰਾ ਐਕਸਪ੍ਰੈਸ ਐਂਟਰੀ 'ਚ ਨਹੀਂ ਬਣਦਾ ਜਾਂ ਮੇਰਾ ਫੈਡਰਲ 'ਚ ਨਹੀਂ ਬਣਦਾ, ਮੈਨੂੰ PNP ਲਾਉਣੀ ਪੈਣੀ ਹੈ। ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਅਕਸਰ ਤੁਹਾਡੇ ਕੋਲ ਦਰਸ਼ਕ ਆ ਕੇ ਵੀ ਕਰਦੇ ਵੀ ਹੋਣਗੇ। ਇਹ ਕੀ ਹੁੰਦਾ ਇਹ ਸਾਰਾ ਕੁਝ? ਵੇਖੋ ਜੀ, ਵਰਕ ਪਰਮਿਟ ਇੱਕ ਤਰੀਕਾ ਹੈ ਜਿਹਨਾਂ ਤੁਸੀਂ ਲੀਗਲੀ ਕੈਨੇਡਾ 'ਚ ਕੰਮ ਕਰ ਸਕਦੇ ਹੋ। ਅੱਛਾ ਜੀ। ਹੁਣ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਸ਼ੁਰੂ ਕੀਤੀ ਸੀਗੀ ਕਿ CRS ਸਕੋਰਸ, ਕੰਪਰੀਹੈਂਸਿਵ ਰੈਂਕਿੰਗ ਸਿਸਟਮ, ਉਹਦੇ ਆਧਾਰ ਤੇ ਤੁਹਾਨੂੰ ਪੁਆਇੰਟਸ ਮਿਲਣੇ ਆ, ਸਕੋਰ ਮਿਲਣੇ ਆ। ਉਹਦੇ 'ਚ ਜਦੋਂ ਆਪਾਂ ਵਿਸਥਾਰ 'ਚ ਗੱਲ ਕਰਦੇ ਹਾਂ ਤੇ ਆਪਾਂ ਉਹਦੇ 'ਚ ਦੇਖਾਂਗੇ ਸਾਨੂੰ ਸਾਡੀ ਉਮਰ ਦੇ ਪੁਆਇੰਟਸ ਮਿਲਣੇ। ਹਾਂਜੀ, ਸਾਨੂੰ ਸਾਡੇ ਐਕਸਪੀਰੀਅੰਸ ਦੇ, ਤਜਰਬੇ ਦੇ ਪੁਆਇੰਟਸ ਮਿਲਣੇ ਆ। ਸਾਨੂੰ ਸਾਡੀ ਐਜੂਕੇਸ਼ਨ ਦੇ, ਸਾਡੀ ਵਿਦਿਅਕ ਯੋਗਤਾ ਦੇ ਪੁਆਇੰਟਸ ਮਿਲਣੇ ਆ। ਸਾਨੂੰ ਸਾਡਾ ਜੇ ਇੱਥੇ ਕੋਈ ਭੈਣ ਭਾਈ ਆ, ਰੀਅਲ ਬ੍ਰਦਰ ਸਿਸਟਰ ਆ ਬਲੱਡ ਦੇ ਵਿੱਚੋਂ, ਉਹਦੇ ਸਾਨੂੰ ਪੁਆਇੰਟਸ ਮਿਲਣੇ ਆ। ਹੁਣ ਹੋਣਾ ਕੀ ਹੈ ਕਿ ਜਦੋਂ ਆਪਾਂ ਵਰਕ ਪਰਮਿਟ ਲੈ ਲਿਆ, ਸਾਨੂੰ ਸਰਕਾਰ ਨੇ ਪਰਮਿਸ਼ਨ ਦੇ ਦਿੱਤੀ ਕਿ ਹੁਣ ਅਸੀਂ ਕੈਨੇਡਾ ਦੇ ਵਿੱਚ ਲੀਗਲੀ ਕੰਮ ਕਰ ਸਕਦੇ ਹਾਂ। ਉਹਦੇ ਨਾਲ ਕੀ ਹੋਊਗਾ ਕਿ ਜਦੋਂ ਸਾਨੂੰ ਕੰਮ ਕਰਨ ਦੀ ਪਰਮਿਸ਼ਨ ਮਿਲ ਗਈ, ਜੇ ਮੇਰੇ ਕਿਸੇ ਕਾਰਨ ਕਰਕੇ ਫੈਡਰਲ ਲੈਵਲ ਤੇ ਫਾਈਲ ਨਹੀਂ ਲੱਗ ਰਹੀ ਜਾਂ PNP 'ਚ ਫਾਈਲ ਨਹੀਂ ਲੱਗ ਰਹੀ, ਮੈਂ ਕੈਨੇਡਾ 'ਚ ਕੰਮ ਕਰਕੇ ਐਕਸਪੀਰੀਅੰਸ ਗੇਨ ਕਰ ਸਕਦਾ। ਹੁਣ ਕਿਉਂਕਿ ਮੈਂ ਕੈਨੇਡਾ 'ਚ ਹਾਂ, ਮੈਂ ਇੰਗਲਿਸ਼ ਬੋਲਣ ਵਾਲੀ ਕੰਟਰੀ 'ਚ, ਮੈਂ ਉੱਥੇ ਇੰਗਲਿਸ਼ ਵੀ ਸਿੱਖਣੀ ਹੈ। ਹੁਣ ਕੈਨੇਡਾ ਨੇ ਇੰਗਲਿਸ਼ ਦੇ ਪੁਆਇੰਟਸ ਵੀ ਰੱਖੇ ਆ, ਲੈਂਗੁਏਜ ਦੇ ਪੁਆਇੰਟਸ ਵੀ ਹੈਗੇ, ਮਾਇਨੇ ਰੱਖਦੇ ਆ, ਬਹੁਤ ਜ਼ਿਆਦਾ ਮਾਇਨੇ। ਆਪਾਂ ਪੂਰੀ ਡਿਟੇਲ 'ਚ ਗੱਲ ਕਰਾਂਗੇ। ਲੈਂਗੁਏਜ ਦੇ ਪੁਆਇੰਟ ਹੈ, ਇੰਨਾ ਕੁ ਜ਼ਿਆਦਾ ਮਾਇਨੇ ਰੱਖਦੇ ਆ, ਆਪਾਂ ਉਹਨੂੰ ਅੰਡਰ ਐਸਟੀਮੇਟ ਕਰ ਰਹੇ ਹਾਂ। ਐਕਸਪ੍ਰੈਸ ਐਂਟਰੀ ਜਿੱਦਣ ਆਈ ਸੀ, ਉਹਦੇ 'ਚ ਉਦਣ ਤੋਂ ਹੀ ਲੈਂਗੁਏਜ ਨੂੰ ਬਹੁਤ ਜ਼ਿਆਦਾ ਪ੍ਰਾਇੋਰਟੀ ਦਿੱਤੀ ਗਈ ਹੈ, ਪਰ ਆਪਾਂ ਉਸ ਚੀਜ਼ ਨੂੰ ਇਗਨੋਰ ਕਰ ਰਹੇ ਸੀ ਕਿਉਂਕਿ ਸਕੋਰ ਜਿਹੜੀ ਸੀਗੀ ਬੜੀ ਥੱਲੇ ਸੀਗੀ ਤੇ ਲੋਕਾਂ ਨੂੰ ਸਕੋਰ, ਸਟੂਡੈਂਟਸ ਨੂੰ ਜਿਹੜੇ ਵੀ PR ਲਾ ਰਹੇ ਉਹਨਾਂ ਨੂੰ ਮਿਲੀ ਜਾ ਰਹੀ ਸੀਗੀ। ਹੁਣ ਕੀ ਹੋ ਰਿਹਾ, ਸਕੋਰ ਬਹੁਤ ਕੰਪੈਟੀਟਿਵ ਹੋ ਗਈ ਹੈ, ਬਹੁਤ ਉੱਪਰ ਚੱਲ ਗਈ। ਹੁਣ ਲੈਂਗੁਏਜ ਜਿਹੜੀ ਹੈ ਬਹੁਤ ਮਾਇਨੇ ਰੱਖਦੀ। ਸੰਧੂ ਸਾਹਿਬ, ਜਦੋਂ ਇਮੀਗ੍ਰੇਸ਼ਨ ਦੇ ਦਫ਼ਤਰ 'ਚ ਲੋਕ ਵਿਜ਼ਿਟ ਕਰਦੇ ਹੋਣਗੇ, ਕਾਫੀ ਵੱਡੀ ਗਿਣਤੀ ਵਿੱਚ ਹੁੰਦੇ ਨੇ ਜਿਹੜੇ ਲੋਕਾਂ ਨੇ IELTS ਤਾਂ ਹੋਣੀ ਨਹੀਂ ਜੀ, ਤੁਸੀਂ ਦੇਖੋ ਸਾਡਾ ਕਿਸੇ ਤਰੀਕੇ ਨਾਲ ਜੇ ਲੱਗ ਸਕਦਾ ਵੀ, ਹੁੰਦਾ ਜੀ ਇਹ ਅਕਸਰ ਇਹ ਵਾਲਾ ਸਵਾਲ ਆਉਂਦਾ ਜੀ। ਪਰ ਮੈਂ ਮਾਫ ਕਰਨਾ, ਮੈਂ ਸਾਰਿਆਂ ਤੋਂ ਮਾਫੀ ਮੰਗਦਾ ਇਹ ਚੀਜ਼ ਪਹਿਲਾਂ ਹੀ ਕਹਿਣ ਤੋਂ ਪਹਿਲਾਂ ਕਿ ਆਪਾਂ ਇੱਕ ਬੜੀ ਪੁਰਾਣੀ ਕਹਾਵਤ ਹੈ, ਜੈਸਾ ਦੇਸ਼ ਵੈਸਾ ਭੇਸ। ਆਪਾਂ ਇੱਕ ਅੰਗਰੇਜ਼ੀ ਬੋਲਣ ਵਾਲੇ ਮੁਲਕ ਜਾਂ ਫ੍ਰੈਂਚ ਬੋਲਣ ਵਾਲੇ ਮੁਲਕ ਦੇ ਵਿੱਚ ਰਹਿ ਰਹੇ ਹਾਂ, ਤੇ ਜੇ ਆਪਾਂ ਇਹ ਕਹੀਏ ਕਿ ਸਾਡੇ ਕੋਲ ਅੰਗਰੇਜ਼ੀ ਬੋਲੀ ਨਹੀਂ ਜਾਣੀ ਤੇ ਆਪਾਂ ਇਸ ਦੇਸ਼ 'ਚ ਪੱਕੇ ਹੋਣਾ, ਤੇ ਮਾਫ ਕਰਨਾ ਮੈਂ ਇੱਥੇ ਸਰਕਾਰ ਦੇ ਨਾਲ ਆ, ਕਿਉਂਕਿ ਸਰਕਾਰ ਦਾ ਮੇਨ ਮਕਸਦ ਇਹ ਹੈ ਕਿ ਉਹ ਲੋਕ ਆਉਣ ਜਿਹੜੇ ਇੱਥੋਂ ਦੇ ਸਿਸਟਮ ਦੇ ਵਿੱਚ ਢਲ ਜਾਣ। ਤੇ ਕਿਸੇ ਵੀ ਮੁਲਕ ਦੇ ਸਿਸਟਮ ਦੇ ਵਿੱਚ ਢਲਣ ਦਾ ਇੱਕੋ ਇੱਕ ਤਰੀਕਾ ਹੈ, ਉਸ ਮੁਲਕ ਦੀ ਭਾਸ਼ਾ ਸਿੱਖਣੀ। ਸੋ ਮੈਂ ਹੁਣ ਮੇਰਾ ਮਾਫ ਕਰਨਾ ਜਿਨ੍ਹਾਂ ਨੂੰ ਮੈਂ ਜਵਾਬ ਦਿੱਤਾ ਵੀ ਹੋਊਗਾ, ਮੈਂ ਕਹੂੰਗਾ ਜੇ ਭਾਸ਼ਾ ਨਹੀਂ ਤੇ ਮਾਫ ਕਰਨਾ, ਅਸੀਂ ਇਮੀਗ੍ਰੇਸ਼ਨ 'ਚ ਤੁਹਾਡੀ ਹੈਲਪ ਨਹੀਂ, ਕਿਉਂਕਿ ਤੁਹਾਡੀ ਜੇਬ 'ਚ ਥੋੜੀ ਕੋਈ ਸਟੈਂਪ ਆ, ਤੁਸੀਂ ਕੱਢ ਕੇ ਵੀਜ਼ਾ ਠੋਕ ਦੇਣਾ।
ਬਿਲਕੁਲ ਜਿਹੜਾ ਸਿਸਟਮ ਹੈ ਸਿਸਟਮ ਤੇ ਬਾਈਪਾਸ ਨਹੀਂ ਨਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਾਸ਼ਾ ਵੇਖੋ ਇਹ ਆਪਾਂ ਉਸ ਤਰੀਕੇ ਨਾਲ ਲੈ ਕੇ ਚੱਲੀਏ। ਜੇ ਤੇ ਆਪਾਂ ਵੇਖੋ ਲੁਕ ਛਿਪ ਕੇ ਥੋੜਾ ਕੰਮ ਕਰਨਾ, ਘੱਟ ਪੈਸੇ ਕਮਾਉਣੇ ਆ, ਫਿਰ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ। ਪਰ ਜੇ ਤੁਸੀਂ ਇਸ ਦੇਸ਼ ਦੇ ਵਿੱਚ ਵਧੀਆ ਜ਼ਿੰਦਗੀ ਜੀਣੀ ਆ, ਆਪਾਂ ਆਪਣੇ ਜ਼ਰੂਰਤ ਹੈ ਤੁਹਾਡੀ, ਬਹੁਤ ਜ਼ਰੂਰੀ ਹੈ। ਸੰਧੂ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀ ਕਿ ਲੈਂਗੁਏਜ ਦੀ, ਥੋੜਾ ਇਹਨੂੰ ਵਿਸਥਾਰ ਦਿਓ ਕਿ ਕਿੰਨਾ ਕੁ ਇਸ ਵੇਲੇ ਬਹੁਤ ਸਾਰੇ ਮੈਂ ਵੇਖਿਆ ਬੱਚੇ ਕਹਿੰਦੇ ਨੇ ਅਸੀਂ ਇੱਥੇ +2 ਕਰਕੇ ਆਏ ਸੀ ਜੀ, ਉਹਦੇ ਤੋਂ ਬਾਅਦ ਅਸੀਂ ਡਿਪਲੋਮਾ ਕਰ ਲਿਆ, ਹੁਣ ਇੰਗਲਿਸ਼ ਦੇ ਵਿੱਚ ਆਈਲੈਟਸ ਦੇ ਵਿੱਚ ਬਹੁਤੇ ਨੰਬਰ ਨਹੀਂ ਮਿਲ ਰਹੇ ਤੇ ਕੰਮ ਸੂਤ ਨਹੀਂ ਆ ਰਿਹਾ। ਕੁਝ ਤੁਸੀਂ ਵੀ ਜਵਾਬ ਦੇ ਸਕਦੇ ਹੋ ਕਿ ਉਹਨਾਂ ਵਾਸਤੇ ਵੀ ਕਾਫੀ ਮਾਇਨੇ ਰੱਖਦੀ ਹੈ ਇਹ ਲੈਂਗੁਏਜ? ਹਾਂ ਜੀ, ਦੇਖੋ ਜਿਨ੍ਹਾਂ ਨੇ ਤਾਂ ਇਕੱਲੀ ਗ੍ਰੇਡ 12 ਤੋਂ ਬਾਅਦ ਡਿਪਲੋਮਾ ਕੀਤਾ, ਉਹਨਾਂ ਵਾਸਤੇ ਜੇ ਉਹਨਾਂ ਨੇ ਐਕਸਪ੍ਰੈਸ ਐਂਟਰੀ ਲਾਣੀ ਆ, ਉਹਨਾਂ ਵਾਸਤੇ ਕਾਫੀ ਜ਼ਿਆਦਾ ਮਾਇਨੇ ਰੱਖਦੀ ਆ। ਕਿਉਂਕਿ ਉਹਨਾਂ ਕੋਲ ਡਿਪਲੋਮੇ ਦੇ ਪੁਆਇੰਟ ਹੀ ਨੇ। ਜੇ ਤਾਂ ਤੁਹਾਡੇ ਕੋਲ ਬੈਚਲਰ ਆ ਫਿਰ ਚਲੋ ਤੁਹਾਡੇ ਪੁਆਇੰਟ ਉਹ ਬੈਚਲਰ ਦੇ ਪੁਆਇੰਟ ਵੱਧ ਮਿਲ ਜਾਂਦੇ ਨੇ, ਬਟ ਜਿਨ੍ਹਾਂ ਕੋਲ ਇਕੱਲਾ ਡਿਪਲੋਮਾ ਤੇ ਗ੍ਰੇਡ 12 ਆ, ਉਹਨਾਂ ਨੂੰ ਕਾਫੀ ਜ਼ਿਆਦਾ ਆਇਲਸ 'ਤੇ ਮਿਹਨਤ ਕਰਨੀ ਚਾਹੀਦੀ ਆ। ਜੇ ਉਹ ਆਇਲਸ 'ਤੇ 777 ਲੈ ਲੈਣ ਤੇ ਰਫਲੀ ਉਹਨਾਂ ਦੇ ਸਕੋਰ 2 ਸਾਲ ਦੇ ਐਕਸਪੀਰੀਅੰਸ ਨਾਲ 450 ਦੇ ਨੇੜੇ ਤੇੜੇ ਬਣ ਜਾਂਦੇ। ਇਹ ਥੋੜ੍ਹੇ ਉੱਪਰ ਥੱਲੇ ਹੋ ਸਕਦੇ ਆ, ਮੈਨੂੰ ਐਗਜ਼ੈਕਟ ਨਾ ਮੰਨਿਆ ਜਾਵੇ। ਤੇ ਉਹ ਫਿਰ ਉਹਨਾਂ ਨੂੰ PNP ਦੀ ਲੋੜ ਨਹੀਂ ਪੈਂਦੀ। ਤੁਸੀਂ PNP ਦੀ ਗੱਲ ਕਰ ਰਹੇ ਸੀ, ਫਿਰ ਉਹਨਾਂ ਨੂੰ PNP ਦੀ ਲੋੜ ਨਹੀਂ ਪਊਗੀ, ਉਹ ਸਿੱਧੇ ਫੈਡਰਲ ਦੇ ਪ੍ਰੋਗਰਾਮ ਲਈ ਕੁਆਲੀਫਾਈ ਕਰ। ਇਹ ਕਿੱਥੇ ਕਰ ਰਹਿੰਦਾ ਸਕੋਰ ਵੈਸੇ? ਵੇਖੋ ਜੀ, ਸਕੋਰ ਇਸ ਵੇਲੇ ਜੇ ਆਪਾਂ ਐਵਰੇਜ ਗੱਲ ਕਰੀਏ, ਪਿਛਲੇ 4-5-6 ਮਹੀਨੇ ਦੀ ਐਵਰੇਜ ਕੱਢ ਲਈਏ ਤਾਂ 450 ਦੇ ਲਾਗੇ ਚਾਗੇ ਰਹਿ ਰਹੀ ਆ। ਪਿਛਲੇ ਸਾਲ ਸਕੋਰ ਜਿਹੜੀ ਆ 413 ਤੇ ਵੀ ਗਈ, 415 ਤੇ ਵੀ ਰਹੀ, 420 ਤੋਂ 30 ਦੇ ਵਿਚਕਾਰ ਰਹੀ। ਬਟ ਆਹ ਵਾਲੇ ਸਾਲ ਕਿਉਂਕਿ ਜੋ ਕੰਪੀਟੀਸ਼ਨ ਵੱਧ ਰਿਹਾ, ਆਪਾਂ ਇਹ ਵੇਖੀਏ ਕਿ ਪਿਛਲੇ 2-3 ਸਾਲਾਂ ਦੇ ਵਿੱਚ ਕੀ ਹੋਇਆ ਹੈ ਕਿ ਸਕੋਰ ਜਿਹੜੀ ਆ ਉਹ ਬੜੀ ਡਾਵਾਡੋਲ ਜੀ ਰਹੀ ਆ। ਉਹ ਕਾਰਨ ਇਹ ਆ ਕਿ ਸਟੂਡੈਂਟ ਪਹਿਲਾਂ ਘੱਟ ਸੀਗੇ ਜਿਨ੍ਹਾਂ ਨੇ ਰੈਗੂਲਰ ਫਾਈਲਾਂ ਲਾਈਆਂ। ਜਿਉਂ ਐਕਸਪ੍ਰੈਸ ਐਂਟਰੀ ਆਈ ਤਿਉਂ ਲੋਕਾਂ ਨੂੰ ਪਤਾ ਲੱਗਾ, ਤਿਉਂ ਸਟੂਡੈਂਟਸ ਨੂੰ, ਜਿਹੜੇ ਸਟੂਡੈਂਟਸ ਜਾਂ ਕਾਮੇ ਜਿਹੜੇ ਵੀ ਵਰਕ ਪਰਮਿਟ ਤੇ ਸੀਗੇ, ਉਹਨਾਂ ਨੂੰ ਪਤਾ ਲੱਗਾ ਕਿ ਆਪਾਂ PR ਲੈਣੀ ਆ, ਸਾਡੇ ਲਈ ਲੈਂਗੁਏਜ ਜ਼ਰੂਰੀ ਹੈ, ਸਾਡੇ ਲਈ ਐਕਸਪੀਰੀਅੰਸ ਜ਼ਰੂਰੀ ਆ। ਉਹਦੇ ਨਾਲ ਹੀ ਉਨੇ ਜ਼ਿਆਦਾ ਹੀ ਲੋਕ ਐਂਟਰ ਕਰੀ ਗਏ ਪੂਲ ਦੇ ਵਿੱਚ। ਹੁਣ ਪੂਲ ਇਸ ਵੇਲੇ ਜਿਹੜਾ ਭਰਿਆ ਪਿਆ ਜੀ, ਨੱਕੋ ਮੈਂ ਨਾ ਜੀ ਓਵਰਫਲੋ ਹੋਇਆ ਪਿਆ। ਕਿਉਂਕਿ ਇਸ ਵੇਲੇ ਜੇ ਕਿਉਂਕਿ ਮੋਸਟ ਰੀਸੈਂਟ ਡਰਾ ਜਿਹੜਾ ਸੀਗਾ ਵੀ ਜੀ ਉਹ 470 ਤੇ ਸੀਗਾ, ਤੇ 470 ਜੇ ਤੁਸੀਂ ਮੈਨੂੰ ਨਿੱਜੀ ਤੌਰ ਤੇ ਪੁੱਛਦੇ ਹੋ ਪਰਸਨਲੀ, ਤੇ ਮੈਂ ਕਹੂੰਗਾ ਕਿ ਬਹੁਤ ਹੀ ਤਗੜਾ ਨੈਕ ਟੂ ਨੈਕ ਕੰਪੀਟੀਸ਼ਨ ਹੈ। ਵੀ ਇੱਕ ਬੰਦਾ ਯੰਗ ਵੀ ਹੋਣਾ ਚਾਹੀਦਾ ਆ, ਮਾਸਟਰਸ ਵੀ। ਇਹ ਜਿਹੜੀ ਏਜ ਵਾਲੀ ਤੁਸੀਂ ਗੱਲ ਕਰਦੇ ਸੀ, ਇਹ ਕਿੰਨੀ ਕੁ ਉਮਰ ਤੱਕ ਦੇ ਪੁਆਇੰਟ ਮਿਲਦੇ ਨੇ, ਕਿੰਨੀ ਤੋਂ ਬਾਅਦ ਮਿਲਣੋਂ ਹਟ ਜਾਂਦੇ ਨੇ? 29 ਸਾਲ ਦੀ ਉਮਰ ਤੱਕ ਤੁਹਾਨੂੰ ਮੈਕਸਿਮਮ ਪੁਆਇੰਟਸ ਮਿਲਦੇ ਆ, 110 ਪੁਆਇੰਟਸ। ਉਸ ਤੋਂ ਜੋ ਤੁਹਾਡਾ ਸਾਲ ਵਧੀ ਜਾਂਦਾ ਵਾ, 31 ਸਾਲ ਦੇ ਹੋ ਗਏ 5 ਪੁਆਇੰਟ ਘੱਟ ਗਏ, 32 ਦੇ ਮਿਲ ਗਏ 5 ਸਾਲ 5 ਪੁਆਇੰਟ ਹੋਰ ਘੱਟ ਗਏ। ਜੋ ਤੁਸੀਂ ਗਾਂਹ ਜਾਈ ਜਾਂਦੇ ਹੋ ਤੋਂ ਤੁਹਾਡੇ 45 ਤੇ ਤਾਂ ਬਸ ਹੀ ਕਰ ਦਿੰਦੇ ਹੋਣੇ। 45 ਤੇ ਬਿਲਕੁਲ ਜ਼ੀਰੋ ਹੋ ਜਾਂਦੇ ਜੀ, ਬਿਲਕੁਲ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ। ਉਹਦੇ ਕਰਕੇ ਹੀ BC PNP ਆਈ, ਕਿਉਂਕਿ PNP 'ਚ ਤੁਹਾਡੇ ਏਜ ਦੇ ਪੁਆਇੰਟਸ ਦਾ ਕੋਈ ਫਰਕ ਨਹੀਂ ਹੈਗਾ। ਉਹਦੇ 'ਚ ਤੁਹਾਡਾ ਐਕਸਪੀਰੀਅੰਸ, ਤੁਹਾਡੀ ਲੈਂਗੁਏਜ। ਹੁਣ ਵੇਖੋ ਜਿਹੜਾ ਤੇ ਜਿਸ ਬੰਦੇ ਦੀ ਤੇ ਉਮਰ ਵੱਧ ਆ, ਹੁਣ ਉਹਦੇ ਕੋਲੇ ਇੱਕੋ ਇੱਕ ਤਰੀਕਾ ਆ ਆਪਣਾ, ਕਿਉਂਕਿ ਸਕੋਰ ਵਧਾਉਣ ਦਾ। ਕਿਉਂਕਿ ਬਾਤ ਨੈਚੁਰਲ ਜਿਹਦੀ ਉਮਰ ਵੱਧ, ਉਹ ਤਜਰਬਾ ਤੇ ਬਹੁਤ ਆ। ਹੁਣ ਤਜਰਬਾ, ਜੇ ਤੁਸੀਂ ਓਵਰਸੀਜ਼ ਤਜਰਬੇ ਦੀ ਗੱਲ ਕਰਦੇ ਹੋ, ਤੁਹਾਨੂੰ ਮੈਕਸਿਮਮ ਪੁਆਇੰਟ ਜਿਹੜੇ ਉਹ 3 ਸਾਲ ਦੇ ਤਜਰਬੇ ਦੇ ਜਿੰਨੇ ਮਿਲ ਗਏ ਉਹਨੇ ਹੀ ਮਿਲਣੇ ਆ। ਚਾਹੇ 30 ਸਾਲ ਕੰਮ ਕੀਤਾ, 30 ਸਾਲ ਤੁਹਾਨੂੰ 3 ਸਾਲ ਓਵਰਸੀਜ਼ ਦੇ ਐਕਸਪੀਰੀਅੰਸ ਦੀ ਗੱਲ ਕਰੀਏ। ਹੁਣ ਇੱਕੋ ਇੱਕ ਤਰੀਕਾ ਵਾ ਤੁਹਾਡੇ ਪੁਆਇੰਟਸ ਵਧਾਉਣ ਦਾ। ਇੱਕ ਤੇ ਹੈਗਾ ਵਾ ਕਿ ਤੁਸੀਂ ਆਪਣੀ ਆਇਲਸ ਸਕੋਰ ਜਿਹੜੀ ਆ ਉਹਨੂੰ ਮੈਕਸਿਮਮ ਲੈ ਜਾਓ। 778 ਅੰਕੁਸ਼ ਨੇ ਜਿਹਦਾ 778 ਦੀ ਗੱਲ ਕੀਤੀ, ਮੈਂ ਵਿਸਤਾਰ 'ਚ ਗੱਲ ਦੱਸਾਂ। 778 ਦਾ ਮਤਲਬ ਹੈ 7 ਇਨ ਰੀਡਿੰਗ, 7 ਇਨ ਰਾਈਟਿੰਗ, 7 ਇਨ ਸਪੀਕਿੰਗ ਐਂਡ 8 ਇਨ ਲਿਸਨਿੰਗ। ਅੱਛਾ, 778 ਹਾਂਜੀ, 8 ਜਿਹੜੇ ਉਹ ਲਿਸਨਿੰਗ 'ਚ ਜ਼ਰੂਰੀ ਆ। ਸੋ ਉਹ ਜਦੋਂ ਤੁਹਾਡੇ 778 ਆ ਜਾਂਦੇ ਆ, ਤੇ CRS ਸਿਸਟਮ ਦੇ ਵਿੱਚ ਸਕਿੱਲ ਟ੍ਰਾਂਸਫਰੇਬਿਲਿਟੀ ਦੇ ਪੁਆਇੰਟਸ ਜਿਹੜੇ ਨੇ ਨਾ, ਉਹ ਮੋਸਟਲੀ ਨਿਗਲੈਕਟ ਕੀਤੇ ਜਾ ਰਹੇ ਆ। ਸਟੂਡੈਂਟਸ ਨੂੰ ਵੀ ਪਤਾ ਨਹੀਂ ਆ, ਜਿਹੜੇ ਲੋਕ ਅਪਲਾਈ ਕਰ ਰਹੇ ਉਹਨਾਂ ਨੂੰ ਨਹੀਂ ਪਤਾ। ਸਕਿੱਲ ਟ੍ਰਾਂਸਫਰੇਬਿਲਿਟੀ ਦੇ ਵਿੱਚ ਫੈਕਟਰਸ ਆ ਜਿਨ੍ਹਾਂ ਦੇ ਵਿੱਚ ਤੁਹਾਡੀ ਐਜੂਕੇਸ਼ਨ ਦੇ ਪੁਆਇੰਟਸ ਜਿਹੜੇ ਆ, ਉਹ ਬਿਕੋਜ਼ ਕਿ ਤੁਸੀਂ ਆਇਲਸ ਵਿੱਚੋਂ ਵਧੀਆ ਸਕੋਰ ਕੀਤੀ ਆ, ਤੁਹਾਨੂੰ ਉੱਥੇ ਡਬਲ ਮਿਲ ਜਾਂਦੇ ਆ, ਜੰਪ ਮਾਰ ਜਾਂਦੇ ਆ। ਸੋ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਉਹ 100 ਪੁਆਇੰਟ ਜਿਹੜੇ ਨੇ ਉਹ ਤੁਹਾਡੀ ਕੀ ਆਖੀਦੇ ਡਿਸਾਈਡਿੰਗ ਫੈਕਟਰ ਆ ਕਿ ਤੁਹਾਨੂੰ ਇਨਵੀਟੇਸ਼ਨ ਆਏਗਾ 470 ਵਾਲਿਆਂ 'ਚ ਜਾਣ ਵਾਸਤੇ। ਹਾਂਜੀ, ਉਹ 100 ਮੈਂ ਤਾਂ ਇਸ ਵੇਲੇ ਇਹ ਤਾਂ ਕਹਿ ਰਿਹਾ ਜੀ, ਇੱਕ ਪੁਆਇੰਟ ਵੀ ਮਾਇਨੇ ਰੱਖਦਾ। ਜੇ ਆਪਾਂ ਹੁਣ ਤੋਂ ਹੀ ਤਿਆਰੀ ਕਰ ਲਈਏ, ਕਿਉਂਕਿ ਜੇ ਆਪਾਂ ਮੰਨ ਕੇ ਚੱਲੇ ਵੀ ਸਕੋਰ ਕਿਸੇ ਗੱਲ ਕਰਕੇ ਥੱਲੇ ਨਹੀਂ ਆਉਂਦਾ, ਤਾਂ ਹੁਣ ਸਕੋਰ ਥੱਲੇ ਨਹੀਂ ਆਉਂਦਾ। ਹੁਣ ਤਰੀਕਾ ਦੇਖੋ, ਜੇ ਸਕੋਰ ਥੱਲੇ ਨਹੀਂ ਆ ਰਿਹਾ, ਜੇ ਰੱਬ ਥੱਲੇ ਨਹੀਂ ਆ ਰਿਹਾ, ਮੈਂ ਤਾਂ ਰੱਬ ਨੂੰ ਮਿਲਣ ਜਾਣਾ, ਮੈਨੂੰ ਉੱਪਰ ਜਾਣਾ ਪੈਣਾ, ਮੈਨੂੰ ਅਪਰੋਚ ਵਧਾਉਣੀ ਪਊ, ਆਪਣਾ ਮਿਆਰ ਵਧਾਉਣਾ ਪਊਗਾ। ਇਹੋ ਹੀ ਕੈਨੇਡੀਅਨ ਸਰਕਾਰ ਚਾਹੁੰਦੀ ਹੈ ਕਿ ਆਪਾਂ ਨੂੰ ਮਿਆਰੀ ਇਮੀਗ੍ਰੈਂਟਸ ਮਿਲਣ। ਸੋ ਉਸ ਚੀਜ਼ ਵਾਸਤੇ ਜ਼ਰੂਰੀ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਸਟੂਡੈਂਟ ਹੋ, ਤੁਸੀਂ ਪੜ੍ਹ ਰਹੇ ਹੋ, ਤੁਹਾਡਾ ਕੰਮ ਪੜ੍ਹਨਾ ਆ, ਉਦੋਂ ਨਾਲ
ਆਪਣੀ ਲੈਂਗੁਏਜ ਤੇ ਵੀ ਫੋਕਸ ਕਰੋ, ਆਪਣੀ ਲੈਂਗੁਏਜ ਵੀ ਇੰਪਰੂਵ ਕਰੋ, ਕਿਉਂਕਿ ਜੋ ਤੁਸੀਂ ਲੈਂਗੁਏਜ ਇੰਪਰੂਵ ਕਰੋਗੇ ਓਵਰ ਦ ਪੀਰੀਅਡ ਆਫ ਟਾਈਮ ਕੀ ਹੋਊਗਾ ਕਿ ਜੋ ਤੁਸੀਂ ਆਪਣੀ ਪੜ੍ਹਾਈ ਖਤਮ ਕਰਕੇ ਬਾਹਰ ਨਿਕਲੋਗੇ ਤੁਹਾਨੂੰ ਇਹ ਟੈਨਸ਼ਨ ਨਹੀਂ ਹੋਊਗੀ ਹੁਣ ਮੇਰੀ ਆਇਲਸ ਕਿੱਦਾਂ ਕਰਨੀ ਹੈ, ਕਿਉਂਕਿ ਤੁਸੀਂ 2 ਸਾਲ ਸੀਗੇ, ਤੁਸੀਂ ਕਾਲਜ ਸੀਗੇ, ਤੁਸੀਂ ਉਸ ਕੰਮ ਹੀ ਉਹ ਸੀ, ਪੜ੍ਹ ਸਕਦੇ ਸੀਗੇ। ਆਪਾਂ ਮਾਫ ਕਰਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀ ਇੰਡੀਅਨ ਐਜੂਕੇਸ਼ਨ ਸਿਸਟਮ 'ਚ ਕੋਈ ਪ੍ਰੋਬਲਮ ਹੈ, ਬਟ ਫਰਕ ਇਹ ਹੈ ਕਿ ਆਪਾਂ ਉਸੇ ਤਰ੍ਹਾਂ ਦਾ ਹੀ ਐਜੂਕੇਸ਼ਨ ਸਿਸਟਮ ਇੱਥੇ ਚਾਹੁੰਦੇ, ਉਹ ਹੋ ਨਹੀਂ ਸਕਦਾ ਐਂਡ ਹੋਣਾ ਵੀ ਨਹੀਂ ਚਾਹੀਦਾ। ਜੇ ਆਪਾਂ ਸੋਚੀਏ ਇੱਥੇ ਪੜਨ ਕਾਹਦੇ ਲਈ ਆਉਣਾ, ਹਾਂ, ਜੇ ਆਪਾਂ ਪੜ੍ਹਨ ਹੀ ਇਸ ਕਰਕੇ ਆ ਰਹੇ ਹਾਂ, ਉਹ ਹੋਣਾ ਵੀ ਨਹੀਂ ਚਾਹੀਦਾ। ਬੜਾ ਵਧੀਆ ਐਜੂਕੇਸ਼ਨ ਸਿਸਟਮ ਉੱਥੇ, ਅਸੀਂ ਉਸੇ ਐਜੂਕੇਸ਼ਨ ਸਿਸਟਮ 'ਚੋਂ ਆਏ ਹਾਂ, ਪਰ ਉਹੀ ਗੱਲ, ਜੈਸਾ ਦੇਸ਼ ਵੈਸਾ ਭੇਸ, ਸਾਨੂੰ ਉਹਨਾਂ ਹਿਸਾਬ ਨਾਲ ਚੱਲਣਾ ਪਊ। ਜੇ ਸਾਨੂੰ ਉਹ 2 ਸਾਲ ਦਾ ਪੜ੍ਹਾਈ ਵਾਸਤੇ ਟਾਈਮ ਮਿਲਿਆ, ਉਸ 2 ਸਾਲ ਦੇ ਵਿੱਚ ਆਪਾਂ ਪੜ੍ਹਾਈ ਵੀ ਕਰੀਏ, ਚੰਗੇ ਨੰਬਰ ਵੀ ਲਈਏ, ਤਾਂ ਜੋ ਉਹ ਪੜ੍ਹਾਈ ਸਾਡੇ ਅੱਗੇ ਸਾਨੂੰ ਜੌਬਾਂ 'ਚ ਹੈਲਪ ਕਰੇ, ਪਲੱਸ ਉਸ 2 ਸਾਲ ਦੇ ਦੌਰਾਨ ਅਸੀਂ ਆਪਣੀ ਲੈਂਗੁਏਜ ਵੀ ਇੰਪਰੂਵ। ਅੰਕੁਸ਼ ਜੀ, ਹੁਣ ਇਹ ਦੱਸੋ, ਜਿਹੜਾ ਵਿਅਕਤੀ ਇਸ ਵੇਲੇ ਆਪਾਂ ਨੂੰ ਬੈਠਾ ਪੰਜਾਬ ਜਾਂ ਦੁਨੀਆ ਦੇ ਕਿਸੇ ਹੋਰ ਕੋਨੇ ਬੈਠਾ ਵੇਖ ਰਿਹਾ ਹੈ, ਕੈਨੇਡਾ 'ਚ ਨਹੀਂ ਹੈ, ਹਾਂਜੀ, ਉਹ ਜਾਂ ਤਾਂ ਮਾਪਾ ਹੋ ਸਕਦਾ ਜਾਂ ਸਟੂਡੈਂਟ ਹੋ ਸਕਦਾ, ਜਿਹਨੇ ਆਪਣੇ ਬੱਚੀ ਨੂੰ ਭੇਜਣਾ ਜਾਂ ਖੁਦ ਜਿਹਨੇ ਆਉਣਾ, ਕੀ ਸੁਜੈਸਟ ਕਰੋਗੇ ਕਿ ਕੈਨੇਡਾ ਉਸਨੇ ਸਟੱਡੀ ਪਰਮਿਟ ਦੇ ਤੌਰ ਤੇ ਆਉਣਾ, ਸਭ ਤੋਂ ਪਹਿਲੀ ਉਹਦੀ ਤਿਆਰੀ ਕਿਹੜੀ ਹੋਵੇ? ਸਭ ਤੋਂ ਪਹਿਲਾਂ ਤਾਂ ਤਿਆਰੀ ਉਹਦੀ ਹੋਣੀ ਚਾਹੀਦੀ ਹੈ ਕਿ ਜੇ ਉਹ +2 ਦੇ ਬੇਸਿਸ ਤੇ ਆ ਰਿਹਾ ਜਾਂ ਗ੍ਰੈਜੂਏਸ਼ਨ ਦੇ ਬੇਸਿਸ ਤੇ ਆ ਰਿਹਾ, ਉਹਦੇ 'ਚੋਂ ਵਧੀਆ ਸਕੋਰ ਕਰਨ ਦੀ ਟਰਾਈ ਕਰੇ, ਵਧੀਆ ਪਰਸੈਂਟੇਜ ਹੋਵੇ। ਜੇ ਸਬਜੈਕਟ ਹਾਂਜੀ, ਜੇ ਕੋਈ ਨਾਨ ਮੈਡੀਕਲ ਵਾਲਾ ਤਾਂ ਉਹ 'ਚੋਂ ਟਰਾਈ ਕਰੇ ਕਿ ਵਧੀਆ, ਜਿੰਨੇ ਵਧੀਆ ਉਹ ਕਰ ਸਕਦਾ। ਸੋ ਕਿਉਂਕਿ ਜਿੰਨੇ ਵਧੀਆ ਉੱਥੋਂ ਕਰੂਗਾ ਤੇ ਉਹਨੂੰ ਉਨੇ ਜ਼ਿਆਦਾ ਕਾਲਜਿਸ ਦੀ ਆਪਸ਼ਨਸ ਮਿਲ ਜੂਗੀ, ਉਹ ਫਿਰ ਆਪਣੀ ਮਨਮਰਜ਼ੀ ਦਾ ਕਾਲਜ ਚੂਜ਼ ਕਰ ਸਕਦਾ। ਤੇ ਦੂਜਾ ਉਹਨਾਂ ਨੂੰ ਧਿਆਨ ਰੱਖਣਾ ਪੈਂਦਾ ਆਇਲਸ ਦਾ। ਆਇਲਸ ਵੀ ਉਨੀ ਹੀ ਜ਼ਰੂਰੀ ਹੋ ਗਈ ਹੈ। ਕਈ ਕਹਿੰਦੇ ਨੇ ਜੀ ਅਸੀਂ ਤਾਂ ਜੀ ਆਇਲਸ ਵਾਲੀ ਕੁੜੀ ਦੇਖ ਲਈ ਸੀ ਜਾਂ ਮੁੰਡਾ ਦੇਖ ਰਿਹਾ ਸੀ, ਹੁਣ ਸਾਡਾ ਮੁੰਡਾ ਜਾਂ ਕੁੜੀ ਕੈਨੇਡਾ ਪਹੁੰਚੇ, ਇਹ ਵੀਜ਼ੇ ਵਰਗਾ ਹੀ ਕੰਮ ਹੈ ਜੀ ਆਇਲਸ ਕਰ ਲਈ? ਨਹੀਂ, ਇਦਾਂ ਦਾ ਨਹੀਂ ਹੈ ਜੀ। ਆਇਲਸ ਕਰਨੀ ਹੋਰ ਚੀਜ਼ ਆ, ਵੀਜ਼ਾ ਲੱਗਣਾ ਹੋਰ ਚੀਜ਼ ਆ। ਪਰ ਤੁਹਾਡੇ ਕੋਲ ਵੀ ਕੋਈ ਇਦਾਂ ਦੀ ਸੁਣਨ ਚਾਹੁੰਦੀ ਨਾ ਜੀ ਗੱਲ? ਸਾਨੂੰ ਤਾਂ ਬਹੁਤ ਆਉਂਦੇ ਨੇ ਜੀ, ਮੁੰਡੇ ਨੇ ਸਾਡੇ ਲਈ ਆਇਲਸ ਕਰ ਲਈ, ਬਸ ਹੁਣ ਉਹ ਕੈਨੇਡਾ ਗਿਆ ਸਮਝੋ। ਸੁਣਨ 'ਚ ਆ ਜਾਂਦੀ ਹੈ, ਬਟ ਇਦਾਂ ਹੈ ਨਹੀਂ ਐਕਚੁਅਲੀ, ਕਿਉਂਕਿ ਆਇਲਸ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਵੀਜ਼ਾ ਲੱਗ ਗਿਆ। ਆਇਲਸ ਤਾਂ ਤੁਸੀਂ ਕਰਕੇ ਵੈਸੇ ਵੀ ਰੱਖ ਸਕਦੇ ਹੋ ਕੋਲ। ਆਇਲਸ ਇਕੱਲੀ ਇਮੀਗ੍ਰੇਸ਼ਨ ਤੋਂ ਬਾਅਦ ਹੋਰ ਵੀ ਕਾਫੀ ਚੀਜ਼ਾਂ 'ਚ ਅੱਜ ਕੱਲ੍ਹ ਆਇਲਸ ਯੂਜ਼ ਹੋ ਰਹੀ ਹੈ। ਸੋ ਆਇਲਸ ਕਰਨ ਤੋਂ ਬਾਅਦ ਤੁਸੀਂ ਐਜੂਕੇਸ਼ਨ, ਜੇ ਲੈਟਸ ਸੇ ਤੁਸੀਂ ਗ੍ਰੇਡ 12 ਵੀ ਕੀਤੀ ਹੈ ਇੰਡੀਆ ਦੇ ਵਿੱਚ, 12ਵੀਂ ਤੋਂ ਬਾਅਦ ਤੁਸੀਂ ਵਧੀਆ ਸਕੋਰ ਲੈ ਲਏ, 6 ਬੈਂਡ ਈਚ ਲੈ ਲੈਂਦੇ ਆ। ਵੈਸੇ ਬੈਂਡ ਘੱਟ ਇੰਗਲਿਸ਼ ਦੇ, ਜੇ ਬੈਂਡ ਇਨ ਕੇਸ ਤੁਹਾਡੇ ਘੱਟ ਆਉਂਦੇ ਤਾਂ ਤੁਸੀਂ ਇੰਗਲਿਸ਼ ਦੇ ਕੋਰਸ ਲੈ ਕੇ ਵੀ ਅਪਲਾਈ ਕਰ ਸਕਦੇ ਆ। ਅੱਛਾ, ਜੇ ਮੰਨ ਲਓ ਕਿਸੇ 'ਚੋਂ 5 ਵੀ ਰਹਿ ਗਏ, 5.5 ਵੀ ਰਹਿ ਗਏ, ਤਾਂ ਵੀ ਚਾਂਸਸ ਹੁੰਦੇ ਆ? ਹਾਂਜੀ, ਕਰ ਸਕਦੇ ਹੋ ਤੁਸੀਂ ਅਪਲਾਈ, ਚਾਂਸਸ ਹੈਗੇ ਆ। ਉਹ ਫਿਰ ਕੀ ਹੁੰਦਾ ਜੀ ਉਹਨਾਂ ਕੇਸਿਸ ਦੇ ਵਿੱਚ? ਉਹਨਾਂ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਕੁਝ ਕੁ ਕਾਲਜਿਸ ਹੈਗੇ ਨੇ ਜਿਹੜੇ ਤੁਹਾਨੂੰ ਘੱਟ ਬੈਂਡਸ 'ਤੇ ਵੀ ਐਡਮਿਸ਼ਨ ਦੇ ਦਿੰਦੇ ਆ, ਬਟ ਉਹਨਾਂ ਦੀ ਕਈਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਨੂੰ ਪਹਿਲਾਂ ਇੰਗਲਿਸ਼ ਦਾ ਕੋਰਸ ਕਰਨਾ ਪੈਣਾ ਕਿ ਜਿਹੜਾ ਕੰਮ ਉੱਥੇ 10,000 ਰੁਪਈਏ 'ਚ ਹੋਣਾ ਸੀ, ਹਾਂਜੀ, ਇੱਥੇ ਜੇ ਸਮੈਸਟਰ ਇੱਕ ਲਾਉਣਾ ਪੈਗਾ $10,000 'ਚ ਹੋਊਗਾ। ਹਾਂਜੀ, ਬਿਲਕੁਲ ਮਹਿੰਗਾ ਹੋਊਗਾ। ਸੋ ਉਹਦੇ ਨਾਲ ਉਹ ਆਇਲਸ ਇੰਪਰੂਵ ਕਰਨੀ ਵਧੀਆ ਆ, ਇਕਨੋਮਿਕਲ ਆ। ਮੈਂ ਇੱਥੇ ਐਡ ਕਰਨਾ ਚਾਹੂੰਗਾ, ਜਿੱਦਾਂ ਤੁਸੀਂ ਕਿਹਾ ਵੀ ਆਇਲਸ ਕਰ ਲਈ ਤੇ ਸਾਡੇ ਵਾਸਤੇ ਜੀ ਸਾਡਾ ਮੁੰਡਾ ਕੁੜੀ ਬਾਹਰ ਪਹੁੰਚ ਕੇ, ਉਹ ਧਾਰਨਾ ਇਸ ਕਰਕੇ ਬਣੀ ਕਿ ਪੰਜਾਬੀਆਂ ਵਾਸਤੇ ਆਇਲਸ ਜਿਹੜੀ ਇੱਕ ਵੀਜ਼ੇ ਵਰਗੀ ਹੋਈ ਹੈ, ਕਿਉਂਕਿ ਉੱਥੇ ਆਪਾਂ ਇੱਕ ਮੁੱਖ ਅੜਚਨ ਜਿਹਨੂੰ ਕਹਿ ਦਿੰਦੇ ਆ ਕਿਸੇ ਮੁਲਕ 'ਚ ਵੀ ਜਾਣ ਵਾਸਤੇ, ਚਾਹੇ ਤੁਸੀਂ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਾਣਾ, ਉਹ ਆਇਲਸ ਹੀ ਆ। ਤੇ ਮੈਂ ਫਿਰ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ ਇਹੋ ਹੀ ਰਿਕੁਐਸਟ ਕਰਨੀ ਚਾਹੂੰਗਾ ਸਾਰੇ ਸਟੂਡੈਂਟ ਨੂੰ ਕਿ ਤੁਸੀਂ ਇੰਡੀਆ 'ਚ ਬੈਠ ਕੇ ਆਪਣੀ ਲੈਂਗੁਏਜ 'ਤੇ ਜ਼ਿਆਦਾ ਮਿਹਨਤ ਕਰਕੇ, ਜ਼ਰੂਰੀ ਨਹੀਂ ਹੈ ਵੀ ਜੇ ਤੁਸੀਂ SDS ਸਟਰੀਮ 'ਚ, ਜਿੱਦਾਂ ਅੰਕੁਸ਼ ਨੇ ਗੱਲ ਕੀਤੀ, 6 'ਚ ਲੈ ਕੇ ਜਾਂ ਘੱਟ ਆਇਲਸ ਨਾਲ ਤੁਸੀਂ ਆ ਸਕਦੇ ਹੋ, ਪਰ ਜੇ ਤੁਸੀਂ ਉੱਥੋਂ ਹੀ ਮਿਹਨਤ ਕਰਕੇ, ਕਿਉਂਕਿ ਤੁਸੀਂ ਉਸ ਮੁਲਕ 'ਚ ਬੈਠੇ ਹੋ, ਤੁਹਾਨੂੰ ਉੱਥੇ ਮਾਵਾਂ ਜਿਹੜੀਆਂ ਨੇ ਆਪਣੇ ਪੁੱਤਾਂ ਨੂੰ ਲਾਡਾਂ ਨਾਲ ਕੋਈ ਕੰਮ ਦਾ ਫਿਕਰ ਨਹੀਂ, ਰੋਟੀ ਦਾ ਫਿਕਰ ਨਹੀਂ, ਤੁਸੀਂ ਉੱਥੇ ਵੀ ਆਪਾਂ ਨਾ ਆਇਲਸ ਜਿਹੜੇ ਇੰਸਟੀਚਿਊਟ ਆ ਉਹ ਇੱਕ ਤਰੀਕੇ ਨਾਲ, ਮਾਫ ਕਰਨਾ, ਮੌਜ ਮਸਤੀ ਦਾ ਕੇਂਦਰ ਹੋ ਗਿਆ ਬਣਾ ਲਿਆ। ਤੇ ਜੇ ਉਹੀ ਆਪਾਂ, ਇਹ ਮੇਰੀ ਸਲਾਹ ਆ ਆਪਣੇ ਪਰਸਨਲ ਐਕਸਪੀਰੀਅੰਸ ਤੋਂ, ਕਿਉਂਕਿ ਮੈਂ ਇੱਕ ਆਇਲਸ ਇੰਸਟ੍ਰਕਟਰ ਆ, ਮੈਂ 11 ਸਾਲ ਆਇਲਸ ਕਰਾਈ, ਤੇ ਮੈਂ ਆਇਲਸ ਕੋਈ ਹਵਾ ਨਹੀਂ। ਆਪਾਂ ਆਉਣ ਵਾਲੇ ਸੀਰੀਜ਼ ਵਿੱਚ ਆਇਲਸ ਬਾਰੇ ਵੀ ਗੱਲ ਕਰਾਂਗੇ। ਆਇਲਸ ਕੋਈ ਹਵਾ ਨਹੀਂ, ਆਇਲਸ ਦੇ ਤੁਸੀਂ ਪਰ ਹੈ ਇਸ ਵੇਲੇ ਬਣਿਆ ਹੋਇਆ, ਆਪਾਂ ਬਣਾ ਲਿਆ ਕਿਉਂਕਿ ਆਪਾਂ ਉਹ ਕਰਨਾ ਨਹੀਂ ਚਾਹੁੰਦੇ, ਆਪਾਂ ਉਹੀ ਚੀਜ਼ ਨੂੰ ਥੋੜਾ ਫੋਕਸ ਕਰਕੇ ਕਰੀਏ ਪ੍ਰੋਪਰ, ਕਿਉਂਕਿ ਭਾਸ਼ਾ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਜਿਹਦੀ ਭਾਸ਼ਾ ਨੂੰ ਭਾਸ਼ਾ ਦੇ ਤੌਰ ਤੇ ਲੈ ਕੇ ਤੇ ਭਾਸ਼ਾ ਦੇ ਤਰੀਕੇ ਨਾਲ ਸਿੱਖਦੇ ਹੋ, ਇਹ 'ਚ ਕੋਈ ਅੜਚਨ ਨਹੀਂ ਆਉਂਦੀ, ਸਿੱਖ ਲੈਣੀ ਚਾਹੀਦੀ ਹੈ, ਬਿਲਕੁਲ ਸਿੱਖਣੀ ਚਾਹੀਦੀ ਹੈ। ਅੱਛਾ ਅੰਕੁਸ਼ ਜੀ, ਇਸ ਤੋਂ ਇਲਾਵਾ ਸਟੂਡੈਂਟ ਦੇ ਅਪਲਾਈ ਕਰਦਿਆਂ ਸਾਰ ਜਾਂ ਅਪਲਾਈ ਕਰਨ ਤੋਂ ਪਹਿਲਾਂ ਕਿਸੇ ਹੋਰ ਗੱਲ ਦੀ ਹਦਾਇਤ ਕਰਦੇ ਹੋ ਕਿ ਜ਼ਰੂਰਤ ਹੈ ਕਿਸੇ ਚੀਜ਼ ਦਾ ਖਿਆਲ ਰੱਖਣ ਦੀ?
ਹਾਂਜੀ, ਧਿਆਨ ਇਹੀ ਰੱਖਣਗੇ ਪੜ੍ਹਨ ਆ ਰਹੇ ਆ, ਪੜ੍ਹਨ ਨਾਲ ਧਿਆਨ ਦੇਣ, ਜਿੰਨਾ ਕੰਮ ਅਲਾਉਡ ਆ ਉਨਾ ਹੀ ਕੰਮ ਕਰਨ, ਕਿ ਆਪਣਾ ਮਨ ਪ੍ਰਿਪੇਅਰ ਕਰਕੇ ਆਉਣ ਪਹਿਲਾਂ ਉੱਥੇ। ਕਿਉਂਕਿ ਕਈ ਵਾਰ ਨਾਲ ਦੇ ਕਹਿੰਦੇ ਰਹਿੰਦੇ ਕੋਈ ਨਹੀਂ ਇੱਥੇ, ਕੋਈ ਨਹੀਂ ਪੁੱਛਦਾ, ਜਿੰਨੇ ਮਰਜ਼ੀ ਘੰਟੇ ਕੰਮ ਕਰੀ ਚਲੋ। ਸੋ ਉੱਦਾਂ ਦੀਆਂ ਧਾਰਨਾਵਾਂ ਲੈ ਕੇ ਨਾ ਆਓ। ਉੱਥੇ ਕੋਈ ਹੋਰ ਸੁਪਨਾ ਦੇਖਿਆ ਹੁੰਦਾ, ਇੱਥੇ ਸਟੋਰੀ ਥੋੜੀ ਡਿਫਰੈਂਟ ਹੁੰਦੀ ਆ। ਪ੍ਰੈਕਟੀਕਲੀ ਬਹੁਤ ਡਿਫਰੈਂਟ ਹੁੰਦੀ ਆ। ਉੱਥੇ ਲੱਗਦਾ ਹੁੰਦਾ ਕਿ ਵੀਜ਼ਾ ਲੱਗ ਗਿਆ ਤੇ ਸਾਰਾ ਕੁਝ ਹੀ ਹੋ ਗਿਆ ਹੁਣ, ਬਟ ਜਦੋਂ ਇੱਥੇ ਆਉਂਦੇ ਆ ਕੰਮ ਕਰਨਾ ਪੈਂਦਾ, ਪੜ੍ਹਨਾ ਪੈਂਦਾ, ਫਿਰ ਰੋਟੀ ਪਾਣੀ ਸਾਰਾ ਕੁਝ ਮਤਲਬ ਆਪਣੇ ਆਪ, ਮੋਸਟਲੀ ਸਟੂਡੈਂਟਸ ਨੂੰ ਆਪਣੇ ਆਪ ਹੀ ਕਰਨਾ ਪੈ ਰਿਹਾ। ਇੰਨਾ ਕੁ ਘੱਟੋ ਘੱਟ ਪ੍ਰਪੇਅਰ ਕਰਕੇ ਬੱਚੇ ਨੂੰ ਭੇਜੋ, ਜਾਂ ਖੁਦ ਪ੍ਰਪੇਅਰ ਹੋ ਕੇ ਆਵੋ ਕਿ ਕੰਮ ਵੀ ਕਰਨਾ ਪਊ, ਪੜ੍ਹਨਾ ਵੀ ਪਊ, ਰੋਟੀਆਂ ਵੀ ਆਪ ਬਣਾਉਣੀਆਂ ਪੈਣਗੀਆਂ। ਉਹ ਤੱਤੀਆਂ ਵੀ ਖਾਣੀਆਂ ਪੈ ਸਕਦੀਆਂ ਨੇ ਤੇ ਬਹੁਤੀ ਵਾਰ ਠੰਡੀਆਂ ਵੀ ਖਾਣੀਆਂ ਪੈ ਸਕਦੀਆਂ। ਸੰਧੂ ਸਾਹਿਬ ਮੈਨੂੰ ਇਹ ਦੱਸਿਓ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਵਰਕ ਪਰਮਿਟ ਦੀ, ਤੁਸੀਂ ਦੱਸਿਆ ਕਿ ਉਸ ਦੇ ਵਿੱਚ ਜਿੱਥੇ ਤੁਹਾਡਾ ਐਕਸਪੀਰੀਅੰਸ ਕਾਊਂਟ ਹੁੰਦਾ, ਉਮਰ ਹੁੰਦੀ ਹੈ, ਖੂਨ ਦਾ ਰਿਸ਼ਤਾ ਹੁੰਦਾ, ਉਸ ਦੇ ਨਾਲ ਨਾਲ ਆਇਲਟਸ ਕਾਫੀ ਵੱਡਾ ਭੂਮਿਕਾ ਨਿਭਾਉਂਦੀ ਹੈ, ਲੈਂਗੁਏਜ ਜਿਹੜੀ। ਹੁਣ ਤੁਸੀਂ ਐਕਸਪ੍ਰੈਸ ਐਂਟਰੀ ਦਾ ਜ਼ਿਕਰ ਕਰ ਰਹੇ ਸੀ ਸ਼ੁਰੂਆਤ ਸਮੇਂ ਦੇ ਵਿੱਚ, ਇਹਦੇ ਕਿੰਨੇ ਕੁ ਆਪਾਂ ਇਹਦੀਆਂ ਪੜਾਅ ਕਿੰਨੇ ਕੁ ਨੇ ਜੀ ਇਹਦੇ? ਐਕਸਪ੍ਰੈਸ ਐਂਟਰੀ ਦੇ ਮੁੱਢਲੇ ਪੜਾਅ ਜਿਹੜੇ ਉਹ ਬੇਸਿਕਲੀ ਦੋ ਹੀ ਨੇ। ਇੱਕ ਪ੍ਰੋਫਾਈਲ ਕ੍ਰੀਏਟ ਕਰਨਾ, ਇੱਕ ਉਸ ਤੋਂ ਬਾਅਦ ਜਦੋਂ ਪ੍ਰੋਫਾਈਲ 'ਚ ਤੁਹਾਨੂੰ ਇਨਵੀਟੇਸ਼ਨ ਆ ਗਿਆ ਤੇ ਇਨਵੀਟੇਸ਼ਨ ਤੋਂ ਬਾਅਦ ਐਪਲੀਕੇਸ਼ਨ ਅਪਲਾਈ ਕਰਨਾ, PR ਅਪਲਾਈ ਕਰਨਾ। ਹੁਣ ਐਕਸਪ੍ਰੈਸ ਐਂਟਰੀ 'ਚ ਕੈਟੇਗਰੀਜ਼ 3 ਨੇ। ਪੜਾਅ ਦੋ ਨੇ, ਕੈਟੇਗਰੀਜ਼ 3 ਨੇ। ਪੜਾਅ ਇਦਾਂ ਦੋ ਨੇ ਕਿ ਤੁਸੀਂ, ਮੈਂ ਕੈਨੇਡਾ ਜਾਣਾ ਚਾਹੁੰਦਾ, ਮੈਂ ਐਕਸਪ੍ਰੈਸ਼ਨ ਆਫ ਇੰਟਰਸਟ ਜ਼ਾਹਰ ਕੀਤਾ ਕਿ ਮੈਂ ਕੈਨੇਡਾ ਜਾਣਾ ਚਾਹੁੰਦਾ। ਕੈਨੇਡਾ ਸਿਸਟਮ ਜਿਹੜਾ ਵਾ ਕੰਪਿਊਟਰ ਤੁਹਾਨੂੰ ਅਲਾਓ ਕਰਦਾ ਕਿ ਤੁਸੀਂ ਆਪਣੀ ਐਜੂਕੇਸ਼ਨ, ਆਪਣੇ ਕੁਆਲੀਫਿਕੇਸ਼ਨ ਬਾਰੇ ਦੱਸੋ। ਹੁਣ ਜੇ ਤੁਹਾਡੀ ਇਨਫ ਸਕੋਰ ਬਣ ਗਈ CRS ਸਕੋਰ ਤੇ ਤੁਹਾਨੂੰ ਇਹ ਦੂਸਰੇ ਪੜਾਅ 'ਚ ਆ ਗਏ। ਹੁਣ ਇਹ ਦੂਸਰੇ ਪੜਾਅ 'ਚ ਆ ਗਏ, ਤੁਹਾਨੂੰ ਇਨਵੀਟੇਸ਼ਨ ਆ ਜਾਂਦਾ। ਇਨਵੀਟੇਸ਼ਨ ਆ ਗਿਆ ਕਿ ਤੁਸੀਂ ਭਾਈ ਆਪਣੀ ਐਪਲੀਕੇਸ਼ਨ ਲਾ ਦਿਓ, ਇਨਵੀਟੇਸ਼ਨ ਟੂ ਅਪਲਾਈ ਤੁਸੀਂ ਆਪਣਾ ਐਪਲੀਕੇਸ਼ਨ ਲਾ ਦਿਓ। ਹੁਣ ਜੇ ਆਪਾਂ ਕੈਟੇਗਰੀਜ਼ ਦੀ ਗੱਲ ਕਰੀਏ, ਕੈਟੇਗਰੀਜ਼ ਵਿੱਚ 3 ਨੇ। ਅੱਛਾ, ਇਹ ਤੋਂ ਅੱਗੇ ਚੱਲ ਕੇ ਉਹ ਕਿਹੜੀਆਂ ਨੇ? ਉਹ ਜੀ ਫੈਡਰਲ ਸਕਿਲਡ ਵਰਕਰ, ਅੱਛਾ ਜੀ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿਲਡ ਟ੍ਰੇਡ। ਇਹਨਾਂ ਨੂੰ ਇੱਕ ਇੱਕ ਕਰਕੇ ਵਿਸਥਾਰ ਦਿਓ। ਮੇਰੇ ਖਿਆਲ ਨਾਲ ਇੱਕ ਐਪੀਸੋਡ 'ਚ ਆਪਾਂ ਸਾਰੀਆਂ ਡਿਟੇਲ 'ਚ ਨਹੀਂ ਕਰ ਸਕਦੇ, ਥੋੜਾ ਥੋੜਾ ਟੱਚ ਕਰਦੇ ਹਾਂ। ਅਗਲੇ ਆਉਣ ਵਾਲੇ ਟਾਈਮ 'ਚ ਡਿਟੇਲਡ ਕਰਾਂਗੇ, ਕਹਿਣਗੇ ਜਿੱਦਾਂ ਉਹ ਕਹਿਣਗੇ ਜਿਹੜੀ ਚੀਜ਼ ਬਾਰੇ ਉਹਨਾਂ ਨੇ ਜ਼ਿਆਦਾ ਜਾਣਨਾ, ਆਪਾਂ ਉਹਦੇ ਬਾਰੇ ਉਸ ਤਰੀਕੇ ਨਾਲ ਐਪੀਸੋਡ ਕਰੀ ਜਾਵਾਂਗੇ। ਸਭ ਤੋਂ ਪਹਿਲਾਂ ਫੈਡਰਲ ਸਕਿਲਡ ਟ੍ਰੇਡ। ਫੈਡਰਲ ਸਕਿਲਡ ਟ੍ਰੇਡ, ਉਹ ਨਾਂ ਹੀ ਜਿੱਦਾਂ ਤਿੰਨ ਚੀਜ਼ਾਂ ਦਾ ਸੁਮੇਲ ਜਿਹਾ ਲੱਗਦਾ। ਫੈਡਰਲ, ਫਿਰ ਸਕਿਲਡ, ਫਿਰ ਟ੍ਰੇਡ। ਵੀ ਟ੍ਰੇਡ ਦੇ ਵਿੱਚ ਤੁਸੀਂ ਸਕਿਲਡ ਹੋਣੇ ਚਾਹੀਦੇ, ਤੁਸੀਂ ਫੈਡਰਲ ਦੀ ਫਾਈਲ ਲਾ ਸਕਦੇ। ਹੁਣ ਟ੍ਰੇਡ ਜਿਹੜੇ ਆ ਉਹ ਉਹਨਾਂ ਨੇ ਕੈਟੇਗਰਾਈਜ਼ ਕੀਤੇ ਆ, ਕੁਝ ਜਿਹੜੇ ਹੱਥ ਨਾਲ ਕਰਨ ਵਾਲੇ ਕੰਮ। ਇਹ ਕੁੱਲ ਮਿਲਾ ਕੇ ਤਕਰੀਬਨ 39 ਤੋਂ 40 ਕੈਟੇਗਰੀਜ਼ ਜਿਹੜੀਆਂ ਨੇ ਇਹਦੇ ਵਿੱਚ ਫਾਲ ਕਰਦੀਆਂ। ਐਗਜ਼ੈਕਟ ਨੰਬਰ ਮੈਨੂੰ ਐਗਜ਼ੈਕਟ ਕੋਟ ਨਾ ਕੀਤਾ ਵਾਧੇ ਘਟਦੇ ਵੀ ਰਹਿੰਦੇ ਨੇ ਨਹੀਂ ਜੀ, ਉਹ ਬਿਲਕੁਲ ਨੌਕਸ ਦੇ ਹਿਸਾਬ ਨਾਲ ਬਿਲਕੁਲ ਡਿਫਾਈਨਡ ਨੇ ਜੀ। ਇਹੋ ਜਿਹੜੇ ਇਹਦੇ ਵਿੱਚ ਫਾਲ ਕਰਨੇ ਆ, ਉਹਦੇ ਜੇ ਮੈਂ ਛੋਟੀ ਛੋਟੀ ਐਗਜ਼ਾਮਪਲ ਦਵਾਂ, ਕੁੱਕ ਆ ਜਾਂਦੇ ਆ, ਸ਼ੈਫ ਆ ਜਾਂਦੇ ਆ, ਪਲੰਬਰ ਆ ਜਾਂਦੇ ਆ, ਕਾਰਪੈਂਟਰ ਆ ਜਾਂਦੇ, ਇਲੈਕਟ੍ਰੀਸ਼ੀਅਨ ਜਿਹੜੇ ਆ, ਜਿੰਨੇ ਵੀ ਹੱਥ ਨਾਲ ਕਰਨ ਵਾਲੇ ਕੰਮ ਨੇ, ਉਹਦੇ ਵਿੱਚ ਫੈਡਰਲ ਸਕਿਲ ਟ੍ਰੇਡ ਜਿਹੜੇ ਉਹਦੇ 'ਚ ਆਉਂਦੇ ਆ। ਹੁਣ ਉਹਦੇ 'ਚ ਉਹਦੀ ਮੁੱਢਲੀ ਰਿਕੁਆਇਰਮੈਂਟ ਕੀ ਆ ਕਿ ਪਿਛਲੇ 5 ਸਾਲ ਦੇ ਵਿੱਚ ਤੁਹਾਡੇ ਕੋਲ 2 ਸਾਲ ਦਾ ਉਸ ਟ੍ਰੇਡ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਲਗਾਤਾਰ ਹੋਵੇ, ਇਹਦੇ 'ਚ ਲਗਾਤਾਰ ਵਾਲਾ ਕੋਈ ਕੰਡੀਸ਼ਨ ਨਹੀਂ ਹੈਗੀ, ਪਰ 2 ਸਾਲ ਦਾ ਐਕਸਪੀਰੀਅੰਸ ਉਸ ਟ੍ਰੇਡ ਦਾ, ਜਿੱਦਾਂ ਤੁਸੀਂ ਕੁਆਲੀਫਾਈਡ ਹੋਗੇ, ਜਿੱਦਣ ਤੁਸੀਂ ਉਹ ਕੰਮ ਕਰਨ ਨੂੰ ਕੁਆਲੀਫਾਈਡ ਹੋਗੇ, ਤੁਹਾਡੇ ਕੋਲ 2 ਸਾਲ ਦਾ ਤਜਰਬਾ ਪਿਛਲੇ 5 ਸਾਲ 'ਚ ਹੋਣਾ ਚਾਹੀਦਾ। ਦੂਜੇ ਨੰਬਰ ਤੇ, ਜਾਂ ਤੁਹਾਡੇ ਕੋਲੇ ਜੌਬ ਆਫਰ, ਇੱਥੇ ਜੌਬ ਆਫਰ ਨੂੰ ਮੈਂ ਸਪੈਸੀਫਾਈ ਕਰ ਦੇਣਾ ਚਾਹੁੰਦਾ, LMIA ਜੌਬ ਆਫਰ, ਇੱਥੇ ਰਿਟਨ ਜੌਬ ਆਫਰ ਨਹੀਂ, LMIA। ਅੱਛਾ, ਤੁਹਾਡੇ ਕੋਲੇ LMIA ਉਸ ਟ੍ਰੇਡ ਨਾਲ ਰਿਲੇਟਡ ਤੁਹਾਡੇ ਕੋਲੇ ਕੁਆਲੀਫਾਈਡ EMPLOYER ਤੋਂ ਹੋਣੀ ਚਾਹੀਦੀ ਹੈ, ਜਾਂ ਤੁਹਾਡੇ ਕੋਲੇ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਹੋਣਾ ਚਾਹੀਦਾ। ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਕੀ ਆ ਕਿ ਹਰ ਪ੍ਰੋਵਿੰਸ ਨੇ ਆਪਣਾ ਇੱਕ ਲੈਵਲ ਰੱਖਿਆ ਕਿ ਕਿਸ ਟ੍ਰੇਡ ਦਾ ਬੰਦਾ, ਕਿਸ ਕੁਆਲੀਫਿਕੇਸ਼ਨ ਦਾ ਬੰਦਾ ਜਿਹੜਾ ਆ ਉਸ ਟ੍ਰੇਡ ਦਾ ਕੰਮ ਕਰ ਸਕਦਾ ਵਾ ਇੰਡੀਪੈਂਡੈਂਟਲੀ। ਉਹਨੂੰ ਇਹ ਪ੍ਰੋਵਿੰਸ ਦਾ ਆਪਣਾ, ਇਹ ਹਰ ਪ੍ਰੋਵਿੰਸ ਦਾ ਆਪਣਾ ਸਰਟੀਫਿਕੇਸ਼ਨ ਆਫ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਉਹਨੂੰ ਕਹਿ ਦਿੰਦੇ ਆ। ਜਾਂ ਤੁਹਾਡੇ ਕੋਲ LMIA ਹੋਵੇ, ਜਾਂ ਤੁਹਾਡੇ ਕੋਲ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਹੋਵੇ, ਤੇ ਤੁਸੀਂ ਪਿਛਲੇ 5 ਸਾਲ 'ਚ 2 ਸਾਲ ਉਸ ਟ੍ਰੇਡ 'ਚ ਕੰਮ ਕੀਤਾ ਹੋਵੇ, ਤੇ ਤੁਹਾਡੇ ਕੋਲ IELTS ਦੀ ਜਿਹੜੀ ਰਿਕੁਆਇਰਮੈਂਟ ਹੈ ਉਹ CLB ਲੈਵਲ 5 ਹੋਵੇ। ਇਹ ਤਾਂ ਹੋਈ ਸਕਿਲਡ ਟ੍ਰੇਡ ਦੀ। ਬਿਲਕੁਲ। ਅਗਲੀ ਆ ਗਈ ਜੀ ਫੈਡਰਲ ਸਕਿਲਡ ਵਰਕਰ। ਅੱਛਾ, ਫੈਡਰਲ ਸਕਿਲਡ ਵਰਕਰ। ਹੁਣ ਇਹਦੇ 'ਚ ਆ ਗਏ ਜੀ ਸਕਿਲਡ ਵਰਕਰ ਜਿੰਨੇ ਵੀ ਪੜ੍ਹੇ ਲਿਖੇ ਇਮੀਗ੍ਰੈਂਟਸ ਆ। ਤੁਹਾਡੇ ਵਰਗੇ ਨੇ? ਨਹੀਂ, ਮੇਰੇ ਵਰਗੇ, ਮੈਂ ਅਨਪੜ੍ਹ ਸੀ। ਮੈਂ ਜਿਹੜੇ ਪੜ੍ਹ ਕੇ ਜਾਂ ਜਿਹਨਾਂ ਨੂੰ ਟ੍ਰੇਡ ਨਹੀਂ, ਜਿਹੜੇ ਟ੍ਰੇਡ ਦਾ ਕੰਮ ਨਹੀਂ ਕਰਦੇ, ਜਿਹੜੇ ਹੱਥਾਂ ਨਾਲ ਕੰਮ ਨਹੀਂ ਕਰਦੇ, ਜਿਹੜੇ ਆਫਿਸ ਜੌਬਸ ਕਰਦੇ ਆ, ਜਾਂ ਜਿਹੜੇ ਸਕਿਲਸ ਨੇ, ਜਿਹੜੇ ਪ੍ਰੋਫੈਸਰ ਆ ਗਏ, ਟੀਚਰ ਆ ਗਏ, ਡਾਕਟਰਸ ਆ ਗਏ, ਡੈਂਟਿਸਟ ਆ ਗਏ,
ਉਹ ਇਹਦੇ ਚ ਅਪਲਾਈ ਕਰ ਸਕਦੇ ਆ। ਉਹਦੇ ਜਿਹਦਾ ਫੈਡਰਲ ਸਕਿਲਡ ਵਰਕਰ, ਫਿਰ ਸਕਿਲਡ ਵਰਕਰ, ਉਹ ਟ੍ਰੇਡ ਸੀ ਤੇ ਵਰਕਰ, ਇਹ ਵਰਕਰ ਆ ਹਨਾ। ਹੁਣ ਇਹਦੇ ਚ ਤੁਹਾਡੇ ਕੋਲੇ ਸਕਿਲਡ ਐਕਸਪੀਰੀਅੰਸ ਹੋਣਾ ਚਾਹੀਦਾ ਪਿਛਲੇ 10 ਸਾਲ ਦੇ ਵਿੱਚ 1 ਸਾਲ ਦਾ। ਇਹ ਤਾਂ ਕਮਾਲ ਦੀ ਗੱਲ ਹੈ। 10 ਸਾਲਾਂ 'ਚ 1 ਸਾਲ ਤਾਂ ਮੇਰਾ ਖਿਆਲ ਹੈ ਮਹੀਨਾ ਲਾਇਆ ਹੋਵੇ ਤਾਂ ਬਣ ਗਿਆ। ਮੈਂ ਉਹੀ ਤਾਂ ਕਹਿ ਰਿਹਾ, ਜਿੰਨੇ ਇਹ ਨਹੀਂ ਕੰਟੀਨਿਊਸ ਚਾਹੀਦਾ, ਕੰਟੀਨਿਊਸ। ਇਹ ਕੰਟੀਨਿਊਸ ਚਾਹੀਦਾ, ਇਹ ਕੰਟੀਨਿਊਸ ਚਾਹੀਦਾ ਵੀ ਤੁਹਾਡੇ ਕੋਲ ਉਹ ਐਕਸਪੀਰੀਅੰਸ ਜਿਹੜਾ ਕੰਟੀਨਿਊਸ ਹੋਣਾ ਚਾਹੀਦਾ। ਉਹਦੇ ਚ ਬ੍ਰੇਕ ਸਿਰਫ 1 ਸਾਲ ਦਾ, ਪਰ 1 ਸਾਲ ਦਾ। ਉਹਦੇ ਚ ਇਹ ਨਹੀਂ ਤੁਸੀਂ ਟੁੱਟਵਾ ਨਹੀਂ ਕਰ ਸਕਦੇ। ਟੁੱਟਵੇਂ ਤਾਂ ਬਣ ਗਈ ਸੀ ਗੱਲ। ਹੁਣ ਇਹਦੇ ਚ ਇਹ ਆ ਕਿ ਜੇ ਤੁਹਾਡਾ ਹੈਗਾ ਵਾ ਐਕਸਪੀਰੀਅੰਸ 1 ਸਾਲ ਦਾ ਕੰਟੀਨਿਊਸ ਐਕਸਪੀਰੀਅੰਸ ਆ, ਤੇ ਤੁਹਾਡੇ ਕੋਲੇ ਮਾਸਟਰਸ ਹੈਗੀ ਆ, ਤੁਸੀਂ IELTS 777 ਲਏ ਹੋਏ ਆ, ਤੇ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡੇ ਵਾਸਤੇ ਐਕਸਪ੍ਰੈਸ ਐਂਟਰੀ, ਪ੍ਰੋਵਾਈਡਡ ਤੁਸੀਂ ਯੰਗ ਇਨਫ ਹੋ। ਅੱਛਾ, ਇਹ ਵੀ ਨਾਲ ਸ਼ਰਤ ਹੈ ਹੁਣ ਕਿਉਂਕਿ ਤੁਹਾਡੇ ਪੁਆਇੰਟਸ ਲਿਖਣੇ ਪੈਣੇ, CRS ਪੁਆਇੰਟ ਤੁਸੀਂ ਲਗਭਗ 35 ਦੇ ਨੇੜੇ ਤੇੜੋਂ ਗੱਲ ਬਣ ਸਕਦੀ ਹੈ। ਹਾਂ, ਵਧੀ ਜਾਂਦਾ ਕੰਮ ਤਾਂ ਘਟ ਜਾਣਾ ਕੰਮ, ਵਧੀ ਜਾਣਗੇ। ਫਿਰ ਉਹਦੇ ਇੱਕ ਹੋਰ ਤਰੀਕੇ ਆਉਣ ਦੇ, ਜਾਂ ਫਿਰ PNP ਦੇ ਥਰੂ ਆਓਗੇ, ਜਾਂ ਤੁਹਾਨੂੰ LMIA ਚਾਹੀਦੀ ਹੋਊਗੀ, ਜਾਂ ਅੱਛਾ ਇੱਕ ਆ ਦੱਸੋ, ਜੇ ਤੁਸੀਂ ਕਿਹਾ ਕਿ LMIA ਚਾਹੀਦੀ ਹੋਵੇਗੀ, ਪਰ ਜੇ ਤੁਸੀਂ ਯੰਗ ਹੋ, ਤੁਹਾਡੇ ਕੋਲ 10 ਸਾਲਾਂ 'ਚ 1 ਸਾਲ ਦਾ ਤਜਰਬਾ ਹੈ, 777 ਨੇ, ਫਿਰ ਜ਼ਰੂਰਤ ਨਹੀਂ ਪੈਂਦੀ? ਬਿਲਕੁਲ ਜੀ, ਬਿਲਕੁਲ। ਜੇ ਤੁਹਾਡੀ ਮਾਸਟਰਸ ਜਿਹੜੀ ਇੰਡੀਆ ਦੀ ਤੁਸੀਂ ਜਾਂ ਕਿਸੇ ਵੀ ਕੰਟਰੀ 'ਚ ਤੁਸੀਂ ਮਾਸਟਰ ਕੀਤੀ ਆ, ਉਹਦੀ ਜੇ ਅਸੈਸਮੈਂਟ ਕੈਨੇਡਾ ਦੇ ਵਿੱਚ ਮਾਸਟਰਸ ਦੇ ਇਕੁਇਵਲੈਂਟ, ਇਹ ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ। WES ਕਹਿ ਲਓ ਜਾਂ ECA, ਬੇਸਿਕਲੀ ECA ਨੇ ਗਾਂਹ ਵੰਡੇ ਹੋਏ ਆ ਵੱਖਰੇ 5-6 ਆਰਗੇਨਾਈਜੇਸ਼ਨਸ ਨੂੰ ਅਥਾਰਟੀ ਦਿੱਤੀ ਹੋਈ ਕਿ ਉਹ ਤੁਹਾਡੀ ਅਸੈਸਮੈਂਟ ਕਰ ਸਕਦੇ ਆ। WES ਇਜ਼ ਵਨ ਆਫ them। ਤੇ ਉਹ ਜੇ ਤੁਹਾਡੀ ਮਾਸਟਰਸ ਤੁਸੀਂ ਜਿੱਥੇ ਵੀ ਕਿਤੇ ਕੀਤੀ, ਉਹ ਕੈਨੇਡਾ 'ਚ ਤੁਹਾਨੂੰ ਮੰਨ ਲੈਂਦੇ ਕਿ ਤੁਹਾਡੀ ਮਾਸਟਰਸ ਜਿਹੜੀ ਉਹ ਮਾਸਟਰਸ ਦੇ ਬਰਾਬਰ ਹੈ, ਤੇ ਤੁਸੀਂ 777 ਲੈ ਲੈਂਦੇ ਹੋ IELTS ਵਿੱਚੋਂ, ਤੁਹਾਡੇ ਕੋਲ 1 ਸਾਲ ਦਾ ਕੰਟੀਨਿਊਸ ਐਕਸਪੀਰੀਅੰਸ ਹੈਗਾ ਵਾ, ਬਹੁਤ ਵਧੀਆ ਚਾਂਸਸ ਬਣ ਜਾਂਦੇ। ਮੈਂ ਫਿਰ ਮਾਫ ਕਰਨਾ, ਬਹੁਤ ਵਧੀਆ ਚਾਂਸਸ ਬਣ ਗਰੰਟਡ ਨਾ, ਗਰੰਟਡ ਕਦੀ ਵੀ ਇਮੀਗ੍ਰੇਸ਼ਨ 'ਚ ਕਦੀ ਗਰੰਟਡ ਨਹੀਂ ਹੁੰਦਾ। ਹੁਣ ਕਈ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਕਿ ਅਸੀਂ ਉਹ ਐਕਸਪੀਰੀਅੰਸ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਅਸੀਂ ਐਕਸਪੀਰੀਅੰਸ ਸਕਿਲਡ ਵਰਕਰ ਆ, ਸਾਡਾ ਇੰਪਲੋਇਰ ਉਹਨੂੰ ਸਕਿਲਡ ਵਰਕਰ ਮੰਨਦਾ ਕਿ ਨਹੀਂ ਮੰਨਦਾ, ਕੈਨੇਡੀਅਨ ਸਰਕਾਰ ਉਸਨੂੰ ਸਕਿਲਡ ਵਰਕ ਮੰਨਦੀ ਕਿ ਨਹੀਂ ਮੰਨਦੀ। ਸੋ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਕੈਟੇਗਰੀ 'ਚ ਕੰਮ ਕੀਤਾ, ਕੀ ਤੁਹਾਡਾ ਨੌਕ ਕੋਡ ਸੀਗਾ। ਨੌਕ ਕੋਡ ਦੇ ਕੀ ਹੁੰਦਾ ਜੀ? ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ। ਇਹ ਤਾਂ ਵੱਡਾ ਸਾਰਾ ਕਾ ਦੱਸਦਾ, ਪਹਿਲਾਂ ਨੌਕ ਛੋਟਾ ਜਿਹਾ ਸੀ। ਬਿਲਕੁਲ। ਹੁਣ ਉਹਦੇ 'ਚ ਇਹ ਹੈ ਕਿ ਮੈਂ ਕਈ ਵਾਰੀ ਜਦੋਂ ਅਸੀਂ ਪੜ੍ਹਦੇ ਹਾਂ ਨਾ, ਬੜਾ ਸੰਤੁਸ਼ਟੀ ਜਿਹੀ ਹੁੰਦੀ। ਕੈਨੇਡਾ ਨੇ ਬਹੁਤ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਨਾ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ। ਇੱਥੇ ਹਰ ਕੰਮ ਨੂੰ ਉਹਨਾਂ ਨੇ ਕਲਾਸੀਫਾਈ ਕੀਤਾ ਹੋਇਆ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਦੇ ਹਿਸਾਬ ਦੇ ਨਾਲ। ਹੁਣ ਉਹਦੇ 'ਚ ਉਹਨਾਂ ਨੇ ਵੱਖਰੀਆਂ ਕੈਟੇਗਰੀਜ਼ ਕੀਤੀਆਂ ਹੋਈਆਂ ਵੀ ਇਹ ਸਕਿਲਡ ਵਰਕਰ ਆ, ਇਹ ਸਕਿਲਡ ਵਰਕ ਆ, ਸੈਮੀ ਸਕਿਲਡ ਆ, ਐਂਟਰੀ ਲੈਵਲ ਆ। ਸੋ ਆਪਾਂ ਜੇ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਰਹੇ ਹਾਂ, ਐਕਸਪ੍ਰੈਸ ਐਂਟਰੀ 'ਚ ਆਪਾਂ ਸਿਰਫ ਸਕਿਲਡ ਵਰਕਰ ਨੂੰ ਹੀ ਮੁੱਖ ਰੱਖਣਾ ਹੈ। ਆਪਾਂ ਐਂਟਰੀ ਲੈਵਲ ਦੇ ਐਕਸਪੀਰੀਅੰਸ ਨੂੰ, ਕਿ ਆਪਾਂ ਸੈਮੀ ਸਕਿਲਡ ਐਕਸਪੀਰੀਅੰਸ ਨੂੰ ਆਪਾਂ ਐਕਸਪ੍ਰੈਸ ਐਂਟਰੀ 'ਚ ਕਾਊਂਟ ਨਹੀਂ ਕਰ ਸਕਦੇ। ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਉਹਦੇ 'ਚ LMIA ਦੀ ਜ਼ਰੂਰਤ ਨਹੀਂ ਪੈਂਦੀ। ਜੇ ਤੁਸੀਂ ਜੇ ਆਪਾਂ ਨਾਲ ਕਰੇ, ਜੇ ਕਰਦੇ ਹੋ ਤੁਹਾਨੂੰ ਬਿਨਾਂ LMIA ਤੋਂ ਵੀ ਤੁਸੀਂ PR ਲੈ ਸਕਦੇ ਹੋ। ਅੱਛਾ, ਇੱਕ ਤੀਸਰੀ ਵੀ ਕੈਟਾਗਰੀ ਸੀ, 2 10 ਤੀਸਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ। ਕੈਨੇਡੀਅਨ ਇੱਥੇ ਕੰਮ ਦਾ ਤਜਰਬਾ ਜੀ ਕਲਾਸ, ਜੇ ਤੁਹਾਡੇ ਕੋਲੇ ਕੈਨੇਡੀਅਨ ਐਕਸਪੀਰੀਅੰਸ ਹੈਗਾ ਆ ਵਿਦਨ ਕੈਨੇਡਾ ਪਿਛਲੇ 3 ਸਾਲ ਦੇ ਵਿੱਚ 1 ਸਾਲ ਦਾ, ਇਹ ਵੀ ਕੰਟੀਨਿਊ ਹੈ। ਇਹ ਕੰਟੀਨਿਊ ਨਹੀਂ, ਇਹ ਟੁੱਟਵਾ ਹੋ ਸਕਦਾ। ਇਹ ਕੀ ਗੱਲ, ਕਦੇ ਤੁਸੀਂ ਟੁੱਟਣ ਵਾਲੀ ਗੱਲ ਲੈ ਆਉਂਦੇ ਹੋ ਭਾਈ। ਇਹ ਕੈਨੇਡਾ ਸਰਕਾਰ ਦੇ ਵੀ ਬਾਰੇ ਜਾਈਏ। ਹਾਂਜੀ, ਹੁਣ ਇਹ ਟੁੱਟਵਾ ਹੋ ਸਕਦਾ। ਇਹਦੇ 'ਚ ਤੁਸੀਂ ਪਿਛਲੇ 3 ਸਾਲ ਦੇ ਵਿੱਚ ਅਕਮੂਲੇਟਿਵ ਤੁਹਾਡੇ ਕੋਲੇ 1 ਸਾਲ ਦਾ ਸਕਿਲਡ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਮੈਂ ਜ਼ੋਰ ਦੇ ਰਿਹਾ ਬਾਰ-ਬਾਰ ਸਕਿਲਡ ਤੇ, ਕਿਸੇ ਤਰ੍ਹਾਂ ਦੇ ਵੀ ਐਕਸਪੀਰੀਅੰਸ ਨੂੰ ਆਪਾਂ ਨੇ ਇੱਥੇ ਜ਼ੋਰ ਲਾਈਏ, ਬਟ ਆਪਾਂ ਸਕਿਲਡ ਦੀ ਗੱਲ ਕਰ ਰਹੇ ਹਾਂ। ਤੁਹਾਡੇ ਕੋਲੇ 1 ਸਾਲ ਦਾ ਪਿਛਲੇ 3 ਸਾਲ 'ਚ ਇਹ ਸਕਿਲਡ 'ਚ ਕਿਹੜੇ ਆਉਂਦੇ? ਸਕਿਲਡ 'ਚ ਜਿੰਨੇ ਵੀ ਨੌਕ OAB, ਅੱਛਾ, ਨੌਕ OAB ਵਾਲੇ ਜਿੰਨੇ ਵੀ ਨੌਕਸ ਨੇ, ਉਹ ਆਪਾਂ ਡਿਟੇਲ ਜਦੋਂ ਆਪਾਂ ਅੱਗੇ ਗੱਲ ਕਰਾਂਗੇ ਆਉਣ ਵਾਲੀ ਸੀਰੀਜ਼ ਆਪਾਂ ਇੱਕ ਸਿਰਫ ਨੌਕ ਤੇ ਸੀਰੀਜ਼ ਕਰਾਂਗੇ। ਹੁਣ ਤੁਸੀਂ ਡਿਟੇਲ ਲੈਣੀ ਆਈ ਇਮੀਗ੍ਰੇਸ਼ਨ ਦਾ ਨੰਬਰ ਸਕਰੀਨ ਤੇ, ਤੁਸੀਂ ਇਹਨਾਂ ਨੂੰ ਪੁੱਛ ਲਿਓ ਭਾਈ ਇਹਦੇ 'ਚ ਕਿਹੜੇ ਆਉਂਦੇ ਆ। ਜੀ ਬਿਲਕੁਲ। ਆਪਾਂ ਜਿੱਦਾਂ ਆਪਾਂ ਲੜੀਵਾਰ ਦੀ ਗੱਲ ਕਰ ਰਹੇ ਹਾਂ, ਤੁਸੀਂ ਤੁਹਾਡੇ ਜਿਹੜੇ ਵੀ ਕੋਈ ਸਵਾਲ ਹੈਗੇ ਨੇ, ਤੁਸੀਂ ਬਿਲਕੁਲ ਸਵਾਲ ਦੱਸੋ। ਆਪਾਂ ਆਉਣ ਵਾਲੀਆਂ ਸੀਰੀਜ਼ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਭ ਤੋਂ ਵੱਧ ਸਵਾਲ ਪੁੱਛੇ ਗਏ ਆ, ਜੇ ਨੌਕ ਬਾਰੇ ਪੁੱਛੇ ਗਏ ਆ, ਕੈਨੇਡੀਅਨ ਐਕਸਪੀਰੀਅੰਸ ਕਲਾਸ ਬਾਰੇ ਪੁੱਛੇ ਗਏ ਆ, ਫੈਡਰਲ ਸਕਿਲਡ ਵਰਕਰ ਬਾਰੇ ਪੁੱਛੇ ਗਏ, ਟ੍ਰੇਡ ਬਾਰੇ ਪੁੱਛੇ ਗਏ ਆ, ਸਟੂਡੈਂਟਸ ਬਾਰੇ ਪੁੱਛੇ ਗਏ ਆ, PNP ਬਾਰੇ ਪੁੱਛੇ ਗਏ ਆ, ਵਰਕ ਪਰਮਿਟ ਬਾਰੇ ਪੁੱਛੇ ਗਏ, ਉਸੇ ਸੀਕੁਐਂਸ ਦੇ ਵਿੱਚ ਹੀ ਆਪਾਂ ਸਾਰੀਆਂ ਲੜੀਆਂ ਲੈ ਕੇ ਆਵਾਂਗੇ। ਅਸੀਂ ਡਿਮਾਂਡ ਤੇ ਸਪਲਾਈ ਕਰਾਂਗੇ। ਜਿਹੜੀ ਚੀਜ਼ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ, ਐਕਸਪਲੋਰ ਕਰਨਾ ਚਾਹੁੰਦੇ ਹੋ, ਉਸ ਦੇ ਬਾਰੇ ਪੁਖਤਾ ਜਾਣਕਾਰੀ ਲੈਣੀ ਚਾਹੁੰਦੇ ਹੋ, ਸਾਡੀ ਫਿਰ ਕੋਸ਼ਿਸ਼ ਰਹੇਗੀ ਕਿ ਸੰਧੂ
ਸਾਹਿਬ ਜਾਂ ਕੁਝ ਹੋਰਾਂ ਨੂੰ ਬੁਲਾਈਏ ਅਤੇ ਤੁਹਾਡੇ ਸਵਾਲਾਂ ਦੇ ਫਿਰ ਇਹ ਜਵਾਬ ਦੇਣ। ਬਿਲਕੁਲ ਬਿਲਕੁਲ ਜੀ। ਹੁਣ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕਈ ਵਾਰੀ ਬੜਾ ਇੱਕ ਸਿਚੁਏਸ਼ਨ ਆ ਜਾਂਦੀ ਆ, ਸਟੂਡੈਂਟ ਆਉਂਦੇ ਆ ਜੀ, ਕਹਿੰਦੇ ਜੀ ਅਸੀਂ ਹੁਣ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੁੱਲ ਟਾਈਮ ਵਰਕ ਮੰਗਦੀ ਹੈ ਨਾ, ਫੁੱਲ ਟਾਈਮ ਵਰਕ ਵੀ ਹਰ ਕੈਟੇਗਰੀ ਫੁੱਲ ਟਾਈਮ ਵਰਕ ਮੰਗਦੀ ਆ, ਫੈਡਰਲ ਸਕਿਲਡ ਵਰਕਰ ਵੀ, ਫੈਡਰਲ ਸਕਿਲਡ ਟ੍ਰੇਡ ਵੀ। ਸਟੂਡੈਂਟ ਆ ਜਾਂਦੇ ਆ ਜੀ, ਕਹਿੰਦੇ ਜੀ 1560 ਘੰਟੇ ਬਣਦੇ ਆ ਜੀ ਫੁੱਲ ਟਾਈਮ ਸਾਲ ਦੇ, ਮੈਂ 7 ਮਹੀਨਿਆਂ 'ਚ ਪੂਰੇ ਕਰ ਲਏ, ਮੇਰੇ ਚੱਲ ਜਾਣਗੇ? ਨਹੀਂ। ਅੱਛਾ, ਇਹ ਵੀ ਨਾਲ ਫੁੱਲ ਟਾਈਮ ਵੀ ਹੋਵੇ? ਫੁੱਲ ਟਾਈਮ ਵੀ ਹੋਵੇ, 52 ਹਫ਼ਤੇ ਵੀ ਚਾਹੀਦੇ ਆ, 1560 ਘੰਟੇ ਵੀ ਚਾਹੀਦੇ ਆ ਤੇ 1 ਸਾਲ ਵੀ ਚਾਹੀਦਾ। ਤੁਸੀਂ ਜੇ 1560 ਘੰਟੇ 7 ਮਹੀਨੇ 'ਚ ਪੂਰੇ ਕਰ ਲਿਓ, ਨਹੀਂ ਗਿਣੇ ਜਾਣਗੇ। ਓਵਰ ਟਾਈਮ ਲਾ ਕੇ ਕੀਤੇ। ਹਾਂ, ਐਕਸੈਸਿਵ ਵਰਕ ਜਿਹੜਾ ਉਹ ਨਹੀਂ ਗਿਣਿਆ ਜਾਊਗਾ। 1 ਹਫ਼ਤੇ ਦਾ ਵੱਧ ਤੋਂ ਵੱਧ ਤੁਹਾਡਾ ਜਿਹੜਾ ਟਾਈਮ 30 ਘੰਟੇ ਗਿਣਿਆ ਜਾ ਸਕਦਾ। ਜੇ ਤੁਸੀਂ ਆਪਾਂ ਕੰਟੀਨਿਊਸ ਦੀ ਗੱਲ ਕਰਦੇ ਸੀਗੇ, ਉਹ ਫੈਡਰਲ ਸਕਿਲਡ ਵਰਕਰ 'ਚ ਚੱਲ ਜਾਈਏ ਜੀ, ਮੇਰੇ 1560 ਘੰਟੇ ਜਿਹੜੇ ਉਹ 8 ਮਹੀਨਿਆਂ 'ਚ ਪੂਰੇ ਹੋ ਗਏ, ਨਹੀਂ, ਉਹ 1 ਸਾਲ ਵੀ ਸਾਨੂੰ ਚਾਹੀਦਾ, 52 ਹਫ਼ਤੇ ਵੀ ਸਾਨੂੰ ਚਾਹੀਦੇ ਆ। ਸੋ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇਹ ਵਾਧਾ ਆ ਕਿ ਤੁਸੀਂ ਕੈਨੇਡਾ ਦੇ ਵਿੱਚ ਜਿਹੜਾ ਐਕਸਪੀਰੀਅੰਸ ਗੇਨ ਕੀਤਾ, ਹੁਣ ਕੈਨੇਡਾ 'ਚ ਤੁਸੀਂ ਐਕਸਪੀਰੀਅੰਸ ਗੇਨ ਕੀਤਾ ਵਾ, ਕੈਨੇਡਾ ਸਰਕਾਰ ਆਟੋਮੈਟਿਕਲੀ ਤੁਹਾਨੂੰ ਵੈਲਕਮ ਕਰੂਗੀ, ਇਸ ਕਰਕੇ ਕੈਨੇਡੀਅਨ ਐਕਸਪੀਰੀਅੰਸ ਦੇ ਪੁਆਇੰਟਸ ਵੀ ਵੱਧ ਨੇ। ਸੰਧੂ ਸਾਹਿਬ, ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਉਸ ਤੇ ਤੁਹਾਨੂੰ ਐਕਸਟਰਾ ਪੁਆਇੰਟ ਮਿਲਦੇ ਨੇ, ਕਿੰਨੇ ਮਿਲਦੇ ਨੇ ਜੀ? ਕੋਈ ਹੈ? ਦੇਖੋ, ਜੇ ਤੁਸੀਂ ਕਹੋ ਵੀ ਵਾਂਸ ਅਗੇਨ ਇਹ 2 ਚੀਜ਼ਾਂ ਨਾਲ ਮਿਲ ਕੇ ਆ, ਤੁਹਾਡੀ ਆਇਲਸ ਸਕੋਰ ਪਲੱਸ ਤੁਹਾਡਾ ਐਕਸਪੀਰੀਅੰਸ, ਤੁਹਾਡੀ ਆਇਲਸ ਸਕੋਰ ਜਿਹੜੀ ਉਹ ਸਕਿੱਲ ਟ੍ਰਾਂਸਫਰੇਬਿਲਿਟੀ ਤੇ ਤੁਹਾਡੇ ਐਕਸਪੀਰੀਅੰਸ ਦੇ ਪੁਆਇੰਟਸ ਦਾ ਫਰਕ ਪਾਉਂਦੀ ਹੈ। ਵੈਸੇ ਜਨਰਲ ਜੇ ਗੱਲ ਕਰੀਏ, 1 ਸਾਲ ਦੇ ਐਕਸਪੀਰੀਅੰਸ ਨਾਲ ਤੁਹਾਨੂੰ 40 ਪੁਆਇੰਟ ਐਕਸਟਰਾ ਮਿਲ ਜਾਂਦੇ ਕੈਨੇਡਾ ਦੇ ਐਕਸਪੀਰੀਅੰਸ ਦੇ ਨਾਲ, 2 ਸਾਲ ਦੇ ਨਾਲ ਤੁਹਾਨੂੰ 53 ਮਿਲ ਜਾਂਦੇ। ਬਟ ਉੱਥੇ ਵੀ ਫਿਰ ਉਹ ਆਇਲਸ ਦਾ ਜਿਹੜਾ ਫੈਕਟਰ, ਬੜਾ ਇੰਪੋਰਟੈਂਟ ਫੈਕਟਰ ਸਾਹਮਣੇ ਆ ਜਾਂਦਾ। ਤੁਹਾਡੇ ਕੋਲ ਪੁਰਾਣਾ ਇਹਦਾ ਮਤਲਬ ਕਿਤੇ ਵੀ ਗੁਜ਼ਾਰਾ ਨਹੀਂ ਆਇਲਸ ਤੋਂ ਬਗੈਰ? ਬਿਨਾਂ ਆਇਲਸ ਤੋਂ ਕੋਈ ਗੁਜ਼ਾਰਾ ਨਹੀਂ ਜੀ। ਮਾਫ ਕਰਨਾ, ਜੇ ਆਪਣਾ ਗੋਲ ਕੈਨੇਡਾ ਦੀ PR ਲੈਣਾ ਅੱਜ ਦੀ ਤਰੀਕ 'ਚ ਹੈਗਾ ਤੇ ਬਿਨਾਂ ਆਇਲਸ ਤੋਂ ਸਾਡਾ ਛੁਟਕਾਰਾ ਨਹੀਂ ਆ। ਆਇਲਸ ਇੰਸਟੀਚਿਊਟਸ ਨੂੰ ਮੌਜਾਂ ਲੱਗ ਜਾਣੀਆਂ, ਬਿਲਕੁਲ ਜ਼ਰੂਰ, ਪਰ ਜੇ ਆਪਾਂ ਗੱਲ ਕਰੀਏ ਆਇਲਸ, ਬਿਲਕੁਲ ਆਇਲਸ ਤੋਂ ਬਿਨਾਂ ਸਾਡੇ ਵਾਸਤੇ ਬਹੁਤ ਔਖਾ ਕਿਸੇ ਕੰਮ ਵਾਸਤੇ। ਅੰਕੁਸ਼ ਜੀ, ਇੱਕ ਵਾਰੀ ਫਿਰ ਇਹ ਦੱਸੋ, ਸਟੂਡੈਂਟਸ ਮੰਨ ਲਓ ਜਿੰਨੇ ਵੀ ਆਉਂਦੇ ਨੇ ਉਹ ਕੈਨੇਡਾ ਦੀ ਧਰਤੀ ਤੇ ਲੈਂਡ ਹੁਣੇ ਕੀਤੇ ਨੇ, ਕਿਸੇ ਵੀ ਇੰਟਰਨੈਸ਼ਨਲ 에ਅਰਪੋਰਟ ਤੇ ਆ ਕੇ ਉਤਰ ਗਏ, ਹਾਂਜੀ, ਆ ਕੇ ਸਭ ਤੋਂ ਵੱਧ ਉਹਨਾਂ ਨੂੰ ਕਿਹੜੀਆਂ ਚੁਣੌਤੀਆਂ ਆਉਂਦੀਆਂ ਨੇ? ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਯਾਰ ਮੈਂ ਤਾਂ ਕੋਰਸ ਹੋਰ ਲੈ ਲਿਆ, ਮੇਰਾ ਇੰਟਰਸਟ ਕੋਈ ਨਹੀਂ, ਜਾਂ ਫਿਰ ਲੱਗਦਾ ਸੁਖਾਲਾ ਬੜਾ, ਕੀ ਕਰਨ ਜੀ? ਇਹੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਉਂਦੀ ਹੈ ਜੀ, ਕਿਉਂਕਿ ਉੱਥੋਂ ਕੋਰਸ ਨਹੀਂ ਚੁਣਦੇ, ਉਹਨਾਂ ਨੂੰ ਕੈਨੇਡਾ ਚੁਣਦੇ ਆ। ਬਸ ਕੈਨੇਡਾ ਚੱਲ ਜੀਏ, ਬਾਕੀ ਕੋਰਸ ਤਾਂ ਕਰੇ ਲੈਣਾ ਆ। ਅੱਛਾ ਜੀ। ਬਟ ਜਦੋਂ ਇੱਥੇ ਆਉਂਦੇ ਆ, ਫਿਰ ਇੱਥੇ ਪੜ੍ਹਾਈ ਦਾ ਸਿਸਟਮ ਥੋੜਾ ਹੋਰ ਆ, ਉੱਥੇ ਤਾਂ ਹੋਰ ਆ। ਉੱਥੇ ਆ ਵੀ ਇੱਕ ਵਾਰੀ ਫਾਈਨਲ 'ਚ ਪੜ੍ਹ ਲਿਆ ਤੇ ਸਰ ਜਾਂਦਾ ਸੀਗਾ, ਬਟ ਇੱਥੇ ਆਵੇ ਨਾਲ ਦੀ ਨਾਲ ਕੋਰਸਿਸ, ਅਸਾਈਨਮੈਂਟਸ ਚੱਲਦੀਆਂ ਰਹਿੰਦੀਆਂ ਨੇ, ਤੇ ਉਹਨਾਂ ਦਾ ਮਾਈਂਡਸੈਟ ਹੋਰ ਤਰੀਕੇ ਨਾਲ ਹੋਇਆ ਹੁੰਦਾ ਤੇ ਅੱਗੇ ਆ ਕੇ ਕੁਝ ਹੋਰ ਦੇਖਦੇ ਆ, ਤੇ ਉੱਪਰੋਂ ਬਰਡਨ ਪੈ ਜਾਂਦਾ। ਜਿਹੜੇ ਇਕੱਲੇ ਰਹਿੰਦੇ ਨੇ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ, ਘਰ ਦਾ ਵੀ ਸਾਰਾ ਦੇਖਣਾ ਪੈਂਦਾ। ਸੋ ਕਾਫੀ ਉਹਨਾਂ ਨੂੰ ਪ੍ਰੋਬਲਮਸ ਪਹਿਲੇ 6-7 ਮਹੀਨੇ ਕਾਫੀ ਉਹਨਾਂ ਨੂੰ ਫੇਸ ਕਰਨੀਆਂ ਪੈਣੀਆਂ। ਸੋ ਪਹਿਲਾ 6-7 ਮਹੀਨੇ ਜਿਹੜਾ ਕੱਟ ਗਿਆ, ਸਮਝੋ ਤਰ ਗਿਆ। ਮੈਂ ਥੋੜਾ ਮੁਸਕਰਾ ਰਿਹਾ ਸੀਗਾ ਜਦੋਂ ਗੱਲ ਕਰ ਰਹੇ। ਮੈਂ ਅੰਕੁਸ਼ ਦੀ ਗੱਲ ਕਰਦਾ। ਅੰਕੁਸ਼ ਐਜ਼ ਅ ਸਟੂਡੈਂਟ ਐਂਟਰ ਕੀਤਾ ਸੀਗਾ ਕੈਨੇਡਾ। ਸਟੂਡੈਂਟ ਤੋਂ ਬਾਅਦ ਇਹਨੇ ਕੰਮ ਕੀਤਾ, ਚਲੋ ਆਈ ਇਮੀਗ੍ਰੇਸ਼ਨ ਕੋਲੇ ਆਇਆ, ਆਈ ਇਮੀਗ੍ਰੇਸ਼ਨ ਦੀ ਹੈਲਪ ਨਾਲ ਜਾਂ ਇਹਨੇ ਆਪਣੀ ਯੋਗਤਾ ਨਾਲ, ਜਿੱਦਾਂ ਵੀ ਇਹਦੀ PR ਹੋਈ, PR ਤੋਂ ਬਾਅਦ ਹੁਣ ਇਹ ਕੰਸਲਟੈਂਟ ਆ। ਸੋ ਇਹ ਤੋਂ ਵਧੀਆ ਐਗਜ਼ਾਮਪਲ ਜਿਹੜੀ ਆ ਹੋ ਨਹੀਂ ਸਕਦੀ ਕਿ ਕੋਈ ਵੀ ਬੰਦਾ ਸਟੂਡੈਂਟ ਦੀ ਲਾਈਫ ਵੀ ਜਿਹੜੀ ਜਾਣਦਾ। ਹੁਣ ਇਹ ਤੋਂ ਵਧੀਆ ਗਾਈਡੈਂਸ ਜਿਹੜਾ ਵਾ ਸਟੂਡੈਂਟਸ ਨੂੰ ਕੋਈ ਨਹੀਂ ਦੇ ਸਕਦਾ, ਬਿਕੋਜ਼ ਹੀ ਹੈਜ਼ ਬੀਨ ਥਰੂ ਆਲ ਦੋਜ਼। ਮੈਂ ਤਦ ਹੀ ਪੁੱਛਿਆ ਸੀ ਕਿਹੜੀਆਂ ਸਮੱਸਿਆਵਾਂ ਜਦੋਂ ਬੰਦਾ ਰਾਤ ਨੂੰ ਬੈਠ ਕੇ ਸੁਪਨੇ ਉੱਥੇ ਲੈਂਦਾ ਸੀ ਤੇ ਇੱਥੇ ਕਿਵੇਂ ਟੁੱਟਦੇ ਆ? ਬਹੁਤ ਟੁੱਟਦੇ ਸੁਪਨੇ ਪਹਿਲਾਂ, ਬਟ ਟਾਈਮ ਨਾਲ ਸਾਰਾ ਕੁਝ ਮਿਲਦਾ। ਮਿਹਨਤ ਦਾ ਮੇਰਾ ਖਿਆਲ ਹੈ, ਮਿਹਨਤ ਦੇ ਅੱਗੇ ਕਦੇ ਪੱਖੇ ਅੱਗੇ ਪਾਉਣ, ਮਿਹਨਤ ਅੱਗੇ ਲక్ష్ਮੀ। ਬਿਲਕੁਲ ਜੀ, ਮੈਂ ਉਹੀ ਕਹੂੰਗਾ ਕਿ ਸਟੂਡੈਂਟ ਜਿੰਨੇ ਵੀ ਆ ਰਹੇ ਆ ਜੀ, ਵੇਖੋ ਸਾਡਾ ਐਂਡ ਗੋਲ ਜਿਹੜਾ ਆ ਉਹ ਪੈਸੇ ਕਮਾਉਣਾ ਨਹੀਂ ਆ। ਪੈਸੇ ਕਮਾਉਣਾ ਜਿਹੜਾ ਉਹ ਆਪਾਂ ਥੋੜਾ ਜਿਹਾ ਡਿਲੇ ਕਰ ਸਕਦੇ ਹਾਂ, 2 4 5 ਸਾਲ। ਜੇ ਵੇਖੋ, ਜੇ ਮੇਰੇ ਬਾਹਾਂ 'ਚ ਜਾਨ ਹੈ ਤਾਂ ਮੇਰੀ ਜਾਨ ਕਿਸੇ ਨੇ ਖੋਹ ਨਹੀਂ ਲੈਣੀ। ਜੇ ਮੈਨੂੰ ਇਸ ਵੇਲੇ PR ਜਿਹੜੀ ਆ ਮੇਰੀ ਦਿਮਾਗੀ ਯੋਗਤਾ ਨਾਲ, ਮੇਰੀ ਵਿਦਿਅਕ ਯੋਗਤਾ ਦੇ ਨਾਲ, ਮੇਰੀ ਲੈਂਗੁਏਜ ਨਾਲ ਮਿਲਣੀ ਆ, ਮੈਂ ਇਸ ਚੀਜ਼ ਤੇ ਜ਼ੋਰ ਲਾਵਾਂ। ਨਾਲੇ ਟਾਈਮ ਫਰੇਮ ਵੀ ਤੁਹਾਡੇ ਕੋਲੇ ਹੁਣੇ ਹੀ ਆ, ਇਸ ਵੇਲੇ ਆ। ਹਾਂਜੀ, 2 ਸਾਲ 3 ਸਾਲ ਤੁਸੀਂ ਪੜੋ, ਦਵਲ ਕੇ ਪੜੋ, ਦੱਬ ਕੇ ਪੜੋ। ਬਿਲਕੁਲ ਜੀ, PR ਦੇ ਅੜਕੇ ਹੀ ਕੋਈ ਦੂਰ ਕਰਨਾ ਦਿਓ। ਮੈਂ ਕਹਿੰਦਾ ਕਿਸੇ ਨੂੰ ਮੌਕਾ, ਜਦੋਂ ਮੌਕਾ ਨਾ ਦਿਓ। ਸਾਡੇ ਘਰ ਦੇ ਕਹਿੰਦੇ ਕਿਸੇ ਨੂੰ ਮੌਕਾ ਕਿਉਂ ਦੇਣਾ, ਤੁਸੀਂ ਕਿਸੇ ਨੂੰ ਕਿਉਂ, ਕੋਈ ਸਰਕਾਰ ਸਾਡੇ ਉਂਗਲ ਕਿਉਂ ਚੁੱਕੇ? ਇੱਥੇ ਤਾਂ ਭਾਈ ਸਿਫਾਰਿਸ਼ਾਂ ਵੀ ਨਹੀਂ ਲੱਗਦੀਆਂ। ਸੋ ਬਿਲਕੁਲ ਸਹੀ ਗੱਲ ਵੀ ਆਪਾਂ ਕਿਉਂ ਕਿਸੇ ਨੂੰ ਵੀ ਮੌਕਾ ਦੇਣਾ ਵਾ, ਚਾਹੇ ਉਹ ਸਰਕਾਰ ਹੈ, ਚਾਹੇ ਉਹ ਕੋਈ ਤੁਹਾਡਾ ਕਿਸੇ ਗੱਲ ਕਰਕੇ ਦੁਸ਼ਮਣ ਹੈ, ਕਿਸੇ ਗੱਲ ਕਰਕੇ ਤੁਹਾਡੀ ਉਹਨਾਂ ਨਹੀਂ ਬਣਦੀ। ਸੋ ਆਪਣਾ ਜਿਹੜਾ ਮੁੱਖ ਕੰਮ ਹੈ ਉਹ ਇਸ ਵੇਲੇ ਹੈਗਾ ਪੜ੍ਹਨਾ, ਪੜ੍ਹ ਕੇ ਉਸ ਤੋਂ ਬਾਅਦ ਵਰਕ ਪਰਮਿਟ ਲੈਣਾ। ਜਿੰਦੀ ਜਾਗ ਦੀ ਐਗਜ਼ਾਮਪਲ ਅੰਕੁਸ਼ ਹੈਗਾ ਕਿ ਇਹਨੇ ਕਿੱਦਾਂ ਹਾਰਡਸ਼ਿਪਸ ਵਿੱਚ ਕੀ। ਅੰਕੁਸ਼ ਜੀ, ਫਿਰ ਕੀ ਹੁੰਦਾ ਜਦੋਂ ਉਹ ਬੰਦਾ ਸੋਚਦਾ ਯਾਰ ਮੈਂ ਤੇ ਕਰ ਲੈਣਾ ਸੀ, ਹੋ ਨਹੀਂ ਰਿਹਾ?
ਦੇਖੋ ਹੋ ਤਾਂ ਜਾਂਦਾ ਆ, ਕਈ ਵਾਰ ਇਦਾਂ ਹੁੰਦਾ ਕਿ ਇੱਕ ਅੱਧੀ ਵਾਰ ਬੰਦਾ ਇੱਕ ਅੱਧੇ ਸਮੈਸਟਰ 'ਚ ਫੇਲ ਹੋ ਜਾਂਦਾ। ਕੋਈ ਚੱਕਰ ਨਹੀਂ। ਚੱਕਰ ਤਾਂ ਇਹ ਵੀ ਚਲੋ ਪੈਸੇ ਬਹੁਤ ਖਰਾਬ ਹੋ ਜਾਂਦੇ, ਸਭ ਤੋਂ ਵੱਡਾ ਤਾਂ ਇਹੀ ਹੈਗਾ ਚੱਕਰ। ਚੱਕਰ। ਹਾਂਜੀ ਚੱਕਰ ਤਾਂ ਹੈਗਾ ਹੀ ਆ। ਅੱਛਾ ਜੀ। ਤੇ ਟਾਈਮ ਖਰਾਬ ਹੁੰਦਾ, ਟਾਈਮ ਤੁਹਾਨੂੰ ਪਤਾ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਆ। ਤੇ ਬਟ ਰਹਿਣ ਆਪਣੇ ਫੋਕਸਡ ਰਹਿਣ ਤੇ ਸਟੱਡੀ ਤੋਂ ਨਾ ਪਿੱਛੇ ਹਟਣ। ਜੇ ਚਲੋ ਕਿਸੇ ਕਾਰਨ ਮੰਨ ਲਓ ਵੀ ਉਹਨਾਂ ਦਾ ਦਿਲ ਹੀ ਨਹੀਂ ਲੱਗਦਾ ਜਾਂ ਉਹਨਾਂ ਨੂੰ ਬੜਾ ਹੀ ਸੁਖਾਲਾ ਹੀ ਲੱਗੀ ਜਾਂਦਾ, ਯਾਰ ਮੈਂ ਤਾਂ ਇਹ ਤੋਂ ਵਧੀਆ ਕਰ ਸਕਦਾ, ਕੀ ਕਰਨ ਫਿਰ ਉਹ ਇਸ ਸਥਿਤੀ 'ਚ? ਜੇ ਔਖਾ ਲੱਗਦਾ ਤਾਂ, ਜੇ ਸੁਖਾਲਾ ਲੱਗਦਾ ਤਾਂ? ਜੇ ਔਖਾ ਲੱਗਦਾ ਫਿਰ ਇੱਕ ਆਪਸ਼ਨ ਹੈਗੀ ਆ, ਕੈਨੇਡਾ ਸਰਕਾਰ ਨੇ ਦਿੱਤੀ ਕਿ ਤੁਸੀਂ ਕਾਲਜ ਚੇਂਜ ਕਰ ਸਕਦੇ ਆ, ਆਪਣਾ ਕੋਰਸ ਚੇਂਜ ਕਰ ਸਕਦੇ ਆ। ਅੱਛਾ। ਉਹ ਫਿਰ ਆਪਣਾ ਕੋਰਸ ਚੇਂਜ ਕਰ ਲੈਣ ਜਿਹੜਾ ਉਹਨਾਂ ਨੂੰ ਠੀਕ ਲੱਗਦਾ, ਕਿਉਂਕਿ ਚਲੋ ਉੱਥੇ ਤਾਂ ਪਤਾ ਨਹੀਂ ਲੱਗਦਾ ਆਪਸ਼ਨਸ ਦਾ, ਬਟ ਇੱਥੇ ਕਾਲਜਸ ਦੇ ਵਿੱਚ ਜਾ ਕੇ ਉਹ ਦੇਖ ਸਕਦੇ ਕਿਹੜਾ ਕੋਰਸ ਮੈਨੂੰ ਵਧੀਆ ਲੱਗਦਾ। ਅੱਛਾ। ਸੋ ਚੂਜ਼ ਕਰ ਸਕਦੇ ਨੇ। ਤੇ ਕਾਲਜ ਚੇਂਜ ਕਰਨ ਵਾਲੇ ਇਹ ਵੀ ਧਿਆਨ ਰੱਖਣ ਕਿ ਉਹਨਾਂ ਨੂੰ ਆਪਣਾ ਆਨਲਾਈਨ ਅਕਾਊਂਟ ਬਣਾ ਕੇ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਨਾਲ ਦੀ ਨਾਲ ਅਪਡੇਟ ਜ਼ਰੂਰ ਕਰਨ ਕਿ ਮੈਂ ਕਾਲਜ ਚੇਂਜ ਕਰ ਲਿਆ। ਇਹ ਵੀ ਇੱਕ ਰਿਕੁਆਇਰਮੈਂਟ ਹੈ। ਇਹ ਕਾਫੀ ਜ਼ਰੂਰੀ ਹੈ ਜੀ। ਹਾਂਜੀ ਜ਼ਰੂਰੀ ਹੈ ਕਾਫੀ। ਕਾਫੀ। ਜੇ ਨਹੀਂ ਕੀਤਾ ਜਾਂਦਾ, ਮੰਨ ਲਓ ਖੁਦਾ ਨਾ ਖਾਸਤਾ ਪਤਾ ਨਹੀਂ ਸੀ ਕਿਸੇ ਨੂੰ, ਕੀ ਹੁੰਦਾ ਜੀ ਫਿਰ ਇਹਨਾਂ ਹਾਲਾਤਾਂ 'ਚ? ਵੈਸੇ ਤਾਂ ਦੇਖੋ ਕਰਨਾ ਜ਼ਰੂਰੀ ਆ। ਜਦੋਂ ਇਨ ਕੇਸ ਨਹੀਂ ਹੁੰਦਾ ਤੇ ਜਦੋਂ ਸਟੱਡੀ ਪਰਮਿਟ ਐਕਸਟੈਂਸ਼ਨ ਵਗੈਰਾ ਅਪਲਾਈ ਕਰਦੇ ਆ ਤੇ ਉਦੋਂ ਉਹਨਾਂ ਨੂੰ ਪੁੱਛ ਸਕਦੇ ਆ ਵੀ ਤੁਸੀਂ ਇੰਨਾ ਟਾਈਮ ਕਿੱਥੇ ਰਹੇ। ਅੱਛਾ। ਕਿਉਂਕਿ ਹਰ ਕਾਲਜ ਦਾ ਹੁਣ ਸਿਸਟਮ ਇੱਦਾਂ ਕਿ ਹਰ ਕਾਲਜ ਰਿਪੋਰਟ ਕਰਦਾ ਕਿ ਸਾਡੇ ਕੋਲ ਆਹ ਸਟੂਡੈਂਟ ਹੈਗਾ ਆ ਸਰਕਾਰ ਨੂੰ। ਤੇ ਇਮੀਗ੍ਰੇਸ਼ਨ ਵੀ ਚੈੱਕ ਕਰਦੀ ਆ ਸਟੂਡੈਂਟ ਦੇ ਕੰਪਲਾਈਂਸ, ਸਟੱਡੀ ਪਰਮਿਟ ਕੰਪਲਾਈਂਸ ਚੈੱਕ ਕਰਦੀ ਹੈ ਕਿ ਉਹ ਕੰਡੀਸ਼ਨਾਂ ਪੂਰੀਆਂ ਕਰ ਰਹੇ ਆ ਵੀ ਜਿਹੜੀਆਂ ਕੰਡੀਸ਼ਨਾਂ ਦੇ ਅੰਡਰ ਅਸੀਂ ਉਹਨੂੰ ਐਂਟਰ ਕੀਤਾ ਕੈਨੇਡਾ ਦੇ ਵਿੱਚ। ਸੋ ਜਦੋਂ ਉਹ ਟਰਾਈ ਕਰਦੇ ਉਸ ਕਾਲਜ ਨੂੰ ਪੁੱਛਦੇ ਆ ਵੀ ਸਟੂਡੈਂਟ ਤੁਹਾਡੇ ਕੋਲ ਹੈਗਾ ਆ, ਉਹ ਕਹਿੰਦੇ ਨਹੀਂ ਇੱਥੇ ਨਹੀਂ ਹੈਗਾ ਉਹ। ਅੱਛਾ। ਤੇ ਫਿਰ ਸਟੂਡੈਂਟ ਵੀ ਨਹੀਂ ਦੱਸਦਾ ਕਿ ਮੈਂ ਕਿੱਥੇ ਆ। ਵੈਸੇ ਚਲੋ ਕਿਤੇ ਲੱਕੀਲੀ ਉਹ ਕਾਲਜ ਦੇ ਨਾਲ ਆਪੇ ਜਿਹੜੇ ਦੂਜੇ ਕਾਲਜ 'ਚ ਗਿਆ ਉਹਨੇ ਦੱਸਤਾ, ਉਹਨਾਂ ਨੂੰ ਪਤਾ ਲੱਗ ਗਿਆ। ਬਟ ਇਨ ਕੇਸ ਕਨਫਿਊਜ਼ਨ ਹੋ ਜਾਵੇ ਤਾਂ ਅਨਨੈਸੈਸਰੀ ਪ੍ਰੋਬਲਮ ਨਾਲੋਂ ਇਹ ਆ ਵੀ ਬੈਟਰ ਆ ਕਿ ਉਹ ਦੱਸਣ। ਮੌਕਾ ਨਾ ਜੋ ਆਪਸ਼ਨ ਹੈਗੀ ਹੈ ਦੱਸਣ ਦੀ, ਕੋਈ ਐਡਾ ਵੱਡਾ ਕੰਮ ਨਹੀਂ ਹੈਗਾ ਆਨਲਾਈਨ ਅਕਾਊਂਟ ਬਣਾਉਣ। ਸੰਧੂ ਸਾਹਿਬ ਇਹ ਦੱਸਿਓ, ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਤੇ ਹੋਰ ਬਹੁਤ ਸਾਰੀਆਂ ਕੈਟਾਗਰੀਜ਼ ਦੇ ਰਾਹੀਂ ਲੋਕ ਕੈਨੇਡਾ ਦੇ ਵਿੱਚ ਐਂਟਰ ਕਰਦੇ ਆ, ਲੀਗਲ ਤਰੀਕੇ ਨਾਲ ਆਉਂਦੇ ਆ। ਉਹਨਾਂ ਦਾ ਕਈ ਵਾਰੀ ਤਾਂ ਹੁੰਦਾ ਗੋਲ ਕਿ ਅਸੀਂ ਪੜ੍ਹ ਕੇ ਵਾਪਸ ਚਲੇ ਜਾਣਾ, ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹੁੰਦੇ ਹੋਣਗੇ। ਕੈਨੇਡਾ ਸਰਕਾਰ ਵੀ ਚਾਹੁੰਦੀ ਹੈ ਕਿ ਇੱਥੋਂ ਦਾ ਪੜ੍ਹ ਲਿਆ, ਇੱਥੋਂ ਦੀ ਤਾਲੀਮ ਲੈ ਲਈ ਹੈ, ਇੱਥੋਂ ਦਾ ਐਕਸਪੀਰੀਅੰਸ ਹੋ ਗਿਆ ਹੈ, ਇਹਨੂੰ PR ਦੇ ਦਿੱਤੀ ਜਾਵੇ। ਕਿ ਸਾਰੇ ਦੇ ਸਾਰੇ PR ਹੋ ਜਾਂਦੇ ਜਾਂ ਨਹੀਂ? ਵੇਖੋ ਜੀ, ਸਾਰੇ ਦੇ ਸਾਰੇ PR ਆਬਵੀਅਸਲੀ ਨਹੀਂ ਹੋਣਗੇ, ਕਿਉਂਕਿ ਉਹ ਕੁਝ ਸਟੂਡੈਂਟਸ ਹੋਣੇ ਜਿੱਦਾਂ ਤੁਸੀਂ ਔਖੇ ਦਾ ਤੇ ਅੰਕੁਸ਼ ਨੇ ਦੱਸਤਾ, ਕੁਝ ਸੁਖਾਲੇ ਲੈ ਲੈਂਦੇ ਆ ਹਨਾ। ਸੁਖਾਲੇ ਲੈ ਕੇ ਉਹ ਮਾਫ ਕਰਨਾ ਕਈ ਵਾਰੀ ਗਲਤ ਰਸਤਿਆਂ ਤੇ ਚੱਲ ਜਾਂਦੇ ਆ, ਉਹ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਤੇ ਜਿਹੜਾ ਆਪਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕਰ ਰਹੇ ਸੀਗੇ, ਸਰਕਾਰ ਨੇ ਡਿਜ਼ਾਈਨ ਹੀ ਤੁਹਾਡੇ ਵਾਸਤੇ ਕੀਤੀ ਸਟੂਡੈਂਟਸ ਵਾਸਤੇ ਕਿ ਉਹ ਕੰਮ ਵੀ ਕੀਤਾ, ਪੜ੍ਹੇ ਵੀ ਹੋ, ਆਓ ਭਾਈ ਤੁਸੀਂ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਇਆ, ਤੁਸੀਂ ਪੈਸੇ ਲੈ ਕੇ ਆਏ, ਤੁਸੀਂ ਪੈਸੇ ਸਰਕਾਰ ਨੂੰ ਦਿੱਤੇ, ਤੁਸੀਂ ਇੱਥੋਂ ਦੇ ਇਕਨੋਮੀ 'ਚ ਕੰਟਰੀਬਿਊਟ ਕੀਤਾ। ਹੁਣ ਤੁਹਾਡੇ ਵਾਸਤੇ ਅਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਤਿਆਰ ਕਰਤੀ, ਤੁਸੀਂ ਕੰਮ ਕਰੋ, ਐਕਸਪੀਰੀਅੰਸ ਗੇਨ ਕਰੋ। ਸਰਕਾਰ ਨੂੰ ਰੈਡੀਮੇਡ ਸਕਿਲਡ ਵਰਕਰ ਮਿਲ ਰਹੇ ਆ, ਹੋਰ ਕੀ ਚਾਹੀਦਾ? ਵਰਕਫੋਰਸ ਜਿਹੜੇ ਐਂਟਰ ਕਰ ਰਹੇ ਆ, ਜਿਨ੍ਹਾਂ ਨੇ ਕੈਨੇਡੀਅਨ ਸਿਸਟਮ ਪੜ੍ਹਿਆ, ਕੈਨੇਡੀਅਨ ਸਿਸਟਮ ਜੀਆ ਤੇ ਕੈਨੇਡੀਅਨ ਸਿਸਟਮ ਹੰਡਾਇਆ। ਸੋ ਉਹਨਾਂ ਸਰਕਾਰ, ਜੇ ਸਰਕਾਰ ਦੇ ਤੌਰ ਤੇ ਮੈਂ ਸੋਚਾਂ, ਸਰਕਾਰ ਦਾ ਪਹਿਲੂ ਜੇ ਆਪਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼, ਸਰਕਾਰ ਨੂੰ ਉਹਨਾਂ ਨੂੰ PR ਦੇਣਾ ਜ਼ਿਆਦਾ ਲਾਹੇਵੰਦ ਹੈ। ਉਹਨਾਂ ਤੋਂ ਵਧੀਆ ਮੇਰੇ ਖਿਆਲ ਦੇ ਵਿੱਚ ਵਰਕਰ ਕੋਈ ਮਿਲ ਨਹੀਂ ਸਕਦਾ। ਐਸੈਟ ਹੈ ਬੇਸਿਕਲੀ। ਕਿਉਂਕਿ ਜੇ ਆਪਾਂ ਸਟੂਡੈਂਟ ਲਾਈਫ ਦੀ ਗੱਲ ਕਰੀਏ, ਔਖੇ ਟਾਈਮ 'ਚ ਉਹਨਾਂ ਨੇ ਹਾਰਡਸ਼ਿਪਸ ਵੇਖੀਆਂ, ਉਹ ਹਾਰਡਸ਼ਿਪ ਨੂੰ ਸਰਵਾਈਵ ਕਰਕੇ ਉਸ ਲੈਵਲ ਤੇ ਪਹੁੰਚੇ। ਸਰਕਾਰ ਨੂੰ ਪਤਾ ਕਿ ਇਹ ਹਾਰਡਸ਼ਿਪਸ ਕੱਢ ਕੇ ਆਏ ਆ ਤੇ ਇਹ ਜਦੋਂ ਇਹਨਾਂ ਨੂੰ ਸੌਖਾ ਟਾਈਮ ਮਿਲੂਗਾ ਇਹ ਜ਼ਿਆਦਾ ਵਧੀਆ ਕਰ ਸਕਦੇ ਆ, ਫੇਲ ਨਹੀਂ ਹੋਣਗੇ ਕਿਸੇ ਮੁਕਾਮ ਤੇ। ਸੋ ਇਹਨੂੰ ਇੱਕ ਐਜ਼ ਏ ਕੀ ਆਖੀਦਾ ਤੁਹਾਡੇ ਵਾਸਤੇ ਚੈਲੰਜ ਲੈ ਕੇ ਚੱਲੋ ਕਿ ਸਟੱਡੀ ਜਿਹੜੀ ਆ ਤੁਹਾਡੇ ਵਾਸਤੇ ਚੈਲੰਜ ਆ, ਇਹਨੂੰ ਆਪਾਂ ਸਹੀ ਤਰੀਕੇ ਨਾਲ ਪੂਰਾ ਕਰਨਾ ਆ। ਸਹੀ ਤਰੀਕੇ ਨਾਲ ਪੂਰਾ ਕਰਕੇ ਐਲੀਜੀਬਲ, ਜੇ ਐਲੀਜੀਬਲ ਕਾਲਜ 'ਚ ਹੈਗੇ, ਜੇ ਐਲੀਜੀਬਲ ਕਾਲਜਸ ਹੈਗੇ, ਤੁਹਾਨੂੰ ਵਰਕ ਪਰਮਿਟ ਮਿਲਦਾ, ਤੁਸੀਂ ਕੰਮ ਕਰਕੇ ਐਕਸਪੀਰੀਅੰਸ ਗੇਨ ਕਰਕੇ ਪੱਕੇ ਹੋਣ ਵਾਲੇ ਰਸਤੇ ਚੱਲਣਾ। ਅੰਕੁਸ਼ ਜੀ, ਲਗਭਗ ਸਮਾਂ ਸਮਾਪਤੀ ਵੱਲ ਵਧ ਰਿਹਾ, ਅਖੀਰ ਦੇ ਵਿੱਚ ਜਿਹੜੇ ਦਰਸ਼ਕ ਆਪਾਂ ਨੂੰ ਪ੍ਰਾਈਮ ਏਸ਼ੀਆ ਦੇ ਜ਼ਰੀਏ ਵੇਖ ਰਹੇ ਨੇ, ਕੀ ਕਹੋਗੇ? ਦੇਖੋ, ਮੈਂ ਸਾਰੇ ਸਟੂਡੈਂਟਸ ਨੂੰ ਬੇਸਿਕਲੀ ਕਹਿਣਾ ਚਾਹੁੰਦਾ ਹੈ ਕਿ ਆਪਣੀ ਸਟੱਡੀ ਤੇ ਪੂਰਾ ਕੰਸਨਟਰੇਟ ਕਰਨ ਤੇ ਟਰਾਈ ਕਰਨ ਕਿ ਬਿਲਕੁਲ ਵੀ ਕਾਲਜ ਨਾ ਛੱਡਣ ਤੇ ਕੰਮ ਪੂਰਾ ਲਿਮਟਿਡ ਜਿੰਨਾ ਅਲਾਉ ਕੀਤਾ ਉਨਾ ਹੀ ਕਰਨ। ਤੇ ਬਿਲਕੁਲ ਇਦਾਂ ਨਾ ਸੋਚਣ ਕਿ ਕੋਈ ਕਰਦਾ ਸੀਗਾ ਉਹ ਤਾਂ ਫੜ ਨਹੀਂ ਹੋਇਆ। ਇਦਾਂ ਬਹੁਤ ਧਾਰਨਾ ਬਣੀ ਹੋਈ ਹੈ ਜੀ, ਉਹ ਤਾਂ ਕਰਦਾ ਸੀਗਾ ਉਹਨੂੰ ਤਾਂ ਕੁਝ ਨਹੀਂ ਹੋਇਆ, ਚੋਰ ਤਾਂ ਹੋਇਆ ਜਿਹੜਾ ਫੜਿਆ ਗਿਆ। ਇਦਾਂ ਦਾ ਕੋਈ ਚੱਕਰ ਨਹੀਂ ਆਵੇ, ਉਹ ਨਹੀਂ ਫੜ ਹੋਇਆ ਤਾਂ ਤੁਸੀਂ ਵੀ ਨਹੀਂ ਫੜ ਹੋਣਾ। ਸੋ ਸਾਰਿਆਂ ਨੇ ਇੱਕ ਐਗਜ਼ਾਮਪਲ ਦੇਖੀ ਹੋਈ ਹੈ ਹੁਣ ਮੀਡੀਆ 'ਚ ਜਿਹੜੀ ਚੱਲ ਰਹੀ ਹੈ, ਠੀਕ ਹੈ ਨਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ, ਬਚਣ ਦੀ ਜ਼ਰੂਰਤ। ਹਾਂਜੀ, ਬਚਣ ਦੀ ਜ਼ਰੂਰਤ ਆ ਤੇ ਸਟੱਡੀ ਵੱਲ ਪੂਰਾ ਕੰਸਨਟਰੇਟ ਕਰਨ। ਹੈ 2 ਸਾਲ ਦਾ ਹੀ ਹਾਰਡਸ਼ਿਪਸ 2 ਸਾਲ ਫੇਸ ਕਰਨੀਆਂ ਪੈਂਦੀਆਂ, ਮੋਸਟਲੀ 2 ਸਾਲ ਦੀ ਸਟੱਡੀ ਕਰਦੇ ਨੇ,
ਬਟ ਬਾਅਦ ਚ ਸਾਰਾ ਕੁਝ ਹੋ ਜਾਂਦਾ ਹੌਲੀ ਹੌਲੀ ਠੀਕ। ਅੰਕੁਸ਼ ਜੀ ਧੰਨਵਾਦ ਤੁਹਾਡਾ ਸਮਾਂ ਸਾਂਝਾ ਕਰਨ ਵਾਸਤੇ। ਸੰਧੂ ਸਾਹਿਬ ਅਖੀਰ ਦੇ ਵਿੱਚ ਜਿਹੜੇ ਦਰਸ਼ਕ ਵੇਖ ਰਹੇ ਨੇ ਕੀ ਕਹੋਗੇ? ਵੇਖੋ ਬਹੁਤ ਵਧੀਆ ਮੁਲਕ ਹੈ ਕੈਨੇਡਾ। ਮੈਂ ਚਾਹੁੰਦਾ ਜਿੰਨੇ ਵੱਧ ਤੋਂ ਵੱਧ ਸਾਡੇ ਭਰਾ ਸਾਡੇ ਜਿੱਥੋਂ ਅਸੀਂ ਪਿਛੋਕੜ ਤੋਂ ਆਏ ਆ ਸਾਡੇ ਉਸ ਏਰੀਆ ਚੋਂ ਇੱਥੇ ਆ ਕੇ ਕੈਨੇਡਾ 'ਚ ਵਸਣ, ਆਪਣੀ ਵਧੀਆ ਜ਼ਿੰਦਗੀ ਬਤੀਤ ਕਰਨ, ਤੇ ਜਿਹੜੇ ਇੱਥੇ ਨੇ ਉਹ ਐਸਾ ਕੁਝ ਨਾ ਕਰਨ ਕਿ ਜਿਹੜੇ ਆਉਣ ਵਾਲੇ ਆ ਉਹਨਾਂ ਵਾਸਤੇ ਕੋਈ ਔਕੜਾਂ ਖੜੀਆਂ ਹੋ ਜਾਣ ਜਾਂ ਕੋਈ ਉਹਨਾਂ ਵਾਸਤੇ ਰੁਕਾਵਟਾਂ ਖੜੀਆਂ ਹੋ ਜਾਣ ਜਾਂ ਕੁਝ ਰਸਤੇ ਬੰਦ ਕਰ ਦੇਣ। ਜੇ ਤੁਸੀਂ ਕੈਨੇਡਾ 'ਚ ਆਉਣਾ ਆ ਤੇ ਕੈਨੇਡਾ 'ਚ ਆਉਣ ਤੋਂ ਪਹਿਲਾਂ ਆਪਣੀ ਲੈਂਗੁਏਜ ਦੇ, ਕੈਨੇਡਾ ਦੇ ਵਿੱਚ ਰਹਿਣ ਦੇ ਦੌਰਾਨ ਆਪਣੀ ਲੈਂਗੁਏਜ ਤੇ ਜ਼ਰੂਰ ਵਰਕ ਕਰੋ। ਆਪਣੀ ਭਾਸ਼ਾ ਤੇ ਬਹੁਤ ਜ਼ਿਆਦਾ ਲੋੜ ਹੈ, ਬਿਕੋਜ਼ ਨਾ ਸਿਰਫ ਭਾਸ਼ਾ ਦੇ ਤੌਰ ਤੇ ਪਰ ਪੱਕੇ ਹੋਣ ਦੇ ਵਾਸਤੇ ਵੀ ਭਾਸ਼ਾ ਜਿਹੜੀ ਹੈ ਇੱਕ ਬਹੁਤ ਹੀ ਮੁੱਖ ਰੋਲ ਅਦਾ ਕਰਦੀ ਆ। ਤੇ ਜਿੱਦਾਂ ਅੰਕੁਸ਼ ਨੇ ਕਿਹਾ ਕਿ ਸਟੂਡੈਂਟਸ ਜਿਹੜੇ ਆ ਉਹ ਇੱਕ ਮੁੱਖ ਸਰੋਤ ਆ ਸਾਡੇ ਇੱਕ ਸਕਿਲਡ ਵਰਕਫੋਰਸ ਦਾ। ਸੋ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਜਿਹੜਾ ਟਾਈਮ ਤੁਹਾਨੂੰ ਸਹੀ ਤਰੀਕੇ ਨਾਲ ਮਿਲਿਆ ਉਹਨੂੰ ਸਹੀ ਉਪਜਾਊ ਤਰੀਕੇ ਨਾਲ ਜਾਂ ਪ੍ਰੋਪਰ ਯੂਜ਼ ਕਰੋ ਤੇ ਕੈਨੇਡਾ ਦੀ ਇਕਨੋਮੀ 'ਚ ਕੰਟਰੀਬਿਊਟ ਕਰੋ। ਸੰਧੂ ਸਾਹਿਬ ਤੇ ਅੰਕੁਸ਼ ਤੁਹਾਡਾ ਤਹਿ ਦਿਲੋਂ ਧੰਨਵਾਦ ਸਮਾਂ ਸਾਂਝਾ ਕਰਨ ਦੇ ਵਾਸਤੇ। ਸਵਾਲ ਕਿਹੋ ਜਿਹੇ ਆਉਂਦੇ ਦਰਸ਼ਕਾਂ ਦੇ ਫਿਰ ਆਪਾਂ ਗੱਲਬਾਤ ਕਰਦੇ ਰਹਾਂਗੇ। ਸਮਾਂ ਸਾਂਝਾ ਕਰਨ ਵਾਸਤੇ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਹੈਵਿੰਗ ਅਸ। ਮਿਹਰਬਾਨੀ ਜੀ। ਦੋਸਤੋ ਇਹ ਸਨ ਆਈ ਇਮੀਗ੍ਰੇਸ਼ਨ ਤੋਂ ਜਗਜੀਤਪਾਲ ਸਿੰਘ ਸੰਧੂ ਅਤੇ ਅੰਕੁਸ਼ ਗੱਡੂ, ਜਿਨ੍ਹਾਂ ਨੇ ਬਹੁਤ ਵਿਸਥਾਰ ਦੇ ਨਾਲ ਅੱਜ ਦੇ ਪ੍ਰੋਗਰਾਮ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ। ਇਹਨਾਂ ਦੇ ਨੰਬਰ ਸਕਰੀਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਨੇ ਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹੈ, ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਕੱਲ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।